ਸਾਰਿਆਂ ਨੂੰ ਜੈਮਸੀ ਦੀ ਗੁਰਮ ਪਾਕ ਦਾ ਧੰਨਵਾਦ ਕਰਦੇ ਹਾਂ। ਫਿਰ ਮੇਰੇ ਪਿਤਾ ਪਰਮੇਸ਼ਰ ਨੇ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਸਹੀ ਸਲਾਮਤ ਤੁਹਾਡੇ ਸਾਹਮਣੇ ਲੈ ਕੇ ਆਇਆ ਹੈ। ਜ਼ਿੰਦਾ ਖੁਦਾ ਦਾ ਸ਼ੁਕਰ ਕਰਦੇ ਹਾਂ, ਆਤਮਹਾਨ ਪਰਮੇਸ਼ਰ ਦੀ ਵਡਿਆਈ ਕਰਦੇ ਹਾਂ, ਕਿਉਂਕਿ ਉਹ ਆਪਣੇ ਵਾਅਦੇ ਦੇ ਅਨੁਸਾਰ ਸਾਡੇ ਅੰਗ ਦੇ ਸੰਗ ਹੈ। ਅਸੀਂ ਸਾਰੇ ਜਣੇ ਆਪਣੇ ਆਪ ਨੂੰ ਚੁਕਾਵਾਂਗੇ ਜ਼ਿੰਦਾ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਔਰ ਖੁਦਾਵੰਦ ਦਾ ਲਹੂ ਮੰਗਦੇ ਹਾਂ। ਆਪਣੇ ਸਾਰਿਆਂ ਦੇ ਉੱਤੇ ਖੁਦਾਵੰਦ ਦਾ ਲਹੂ ਸਾਨੂੰ ਉਹਦੇ ਕਾਬਿਲ ਕਰੇ ਤਾਂ ਕਿ ਅਸੀਂ ਉਹਦੀ ਆਰਾਧਨਾ ਦੇ ਵਿੱਚ ਸ਼ਾਮਿਲ ਹੋ ਸਕੀਏ। ਸਾਰੇ ਜਣੇ ਅੱਗੇ ਸ਼ੇਅਰ ਕਰ ਦੇਣ ਤਾਂ ਕਿ ਆਪਣੇ ਕਲੀਸਿਆਂ ਨੂੰ ਸਾਰਿਆਂ ਨੂੰ ਪਹੁੰਚ ਸਕੇ ਔਰ ਸਾਰੇ ਜਣੇ ਆਪਣੇ ਸਿਰਾਂ ਨੂੰ ਝੁਕਾਈਏ। ਜਿੰਦਾ ਖੁਦਾ ਮੈਂ ਤੁਹਾਡਾ ਲੱਖ ਲੱਖ ਸ਼ੁਕਰ ਕਰਦਾ ਹਾਂ ਆਤਮਹਾਨ ਪਰਮੇਸ਼ਰ ਅੱਜ ਦਾ ਸਮਾਂ ਦੇਣ ਦੇ ਲਈ। ਅੱਜ ਦੇ ਸਾਰੇ ਸਮੇਂ ਨੂੰ ਤੁਹਾਡੇ ਅਧੀਨ ਕਰਦੇ ਹਾਂ ਖੁਦਾ। ਮੈਂ ਆਪਣੇ ਆਪ ਨੂੰ ਤੁਹਾਡੀ ਦਾਸੀ ਨੂੰ ਖੁਦਾ ਤੁਹਾਡੇ ਲਹੂ ਦੇ ਵਿੱਚ ਛੁਪਾ ਦਿੰਦਾ ਹਾਂ। ਮੇਰੇ ਪਰਮੇਸ਼ਰ ਤੁਸੀਂ ਸਾਨੂੰ ਦੋਨਾਂ ਨੂੰ ਖੁਦਾ ਪਿਤਾ ਪਰਮੇਸ਼ਰ ਆਪਣੀ ਹਿਕਮਤ ਔਰ ਦਨਾਈ ਦੇ ਨਾਲ ਭਰਨਾ। ਅੱਜ ਦੀ ਮੀਟਿੰਗ ਨੂੰ ਖੁਦਾ ਤੁਹਾਡੇ ਅਧੀਨ ਕਰਦੇ ਹਾਂ। ਤੁਹਾਡਾ ਪਾਕ ਰੂਪ ਹਰ ਸੁਣਨ ਵਾਲੇ ਦੀ ਜ਼ਿੰਦਗੀ ਦੇ ਵਿੱਚ ਅਚੰਭਿਤ ਗਵਾਹੀਆਂ ਨੂੰ ਪੈਦਾ ਕਰੇ। ਮੇਰੇ ਪਰਮੇਸ਼ਰ ਹਰ ਪਿਤਾ ਪਰਮੇਸ਼ਰ ਸੁਣਨ ਵਾਲੇ ਦੇ ਜਿਸ ਜਗ੍ਹਾ ਦੇ ਉੱਤੇ ਸੁਣਨ ਖੁਦਾ ਉਸ ਆਬੋ ਹਵਾ ਨੂੰ ਤੂੰ ਪਵਿੱਤਰ ਕਰ, ਪਾਕ ਕਰ। ਮੇਰੇ ਪਰਮੇਸ਼ਰ ਤੇਰਾ ਪਾਕ ਰੂਪ ਹਰ ਇੱਕ ਦੀ ਅਗਵਾਈ ਕਰੇ ਤਾਂ ਕਿ ਅਸੀਂ ਖੁਦਾ ਆਤਮਹਾਨ ਪਰਮੇਸ਼ਰ ਦੀ ਵਡਿਆਈ ਕਰ ਸਕੀਏ, ਉਹਦੀ ਆਰਾਧਨਾ ਕਰ ਸਕੀਏ, ਉਹਦੀ ਬੰਦਗੀ ਕਰ ਸਕੀਏ। ਮੇਰੇ ਪਰਮੇਸ਼ਰ ਤੂੰ ਆਪਣੇ ਲਹੂ ਨਾਲ ਤੋਂ ਸਾਫ਼ ਕਰ, ਪਾਕ ਕਰ, ਆਪਣੇ ਕਾਬਿਲ ਕਰ, ਕਾਮਿਲ ਕਰ, ਕਾਇਮ ਤੇ ਦਾਇਮ ਕਰ ਖੁਦਾ, ਤਾਂ ਕਿ ਜਦ ਤੂੰ ਆਵੇਂ ਅਸੀਂ ਤੇਰੇ ਸਾਹਮਣੇ ਨਿਰਦੋਸ਼ ਠਹਿਰੀਏ ਖੁਦਾ। ਮੈਂ ਤੇਰਾ ਸ਼ੁਕਰ ਕਰਦਾ ਖੁਦਾ ਕਿਉਂਕਿ ਤੂੰ ਸਾਡੀ ਜਾਨ ਦਾ ਮੁੱਲ ਉਤਾਰਿਆ ਹੈ। ਮੇਰੇ ਪਰਮੇਸ਼ਰ ਇਹਨਾਂ ਮੁਲਕਾਂ ਦੇ ਲਈ, ਉਮਤਾਂ ਤੇ ਕੌਮਾਂ ਦੇ ਲਈ ਮੈਂ ਤੇਰੀ ਦਇਆ ਔਰ ਤੇਰਾ ਤਰਸ ਮੰਗਦਾ ਹਾਂ ਖੁਦਾ। ਔਰ ਜਿੱਥੇ ਤੂੰ ਸਾਨੂੰ ਲੈ ਕੇ ਆਇਆ ਖੁਦਾ ਸਪੇਨ ਦੇ ਲਈ ਮੈਂ ਤੇਰੀ ਆਸ਼ੀਸ਼ ਔਰ ਤੇਰੀ ਬਰਕਤ ਮੰਗਦਾ ਹਾਂ। ਇੱਥੇ ਦੀ ਗੌਰਮੈਂਟ ਲਈ ਵੀ ਤੇਰਾ ਧੰਨਵਾਦ ਕਰਦੇ ਹਾਂ ਖੁਦਾ। ਆਪਣੀ ਬੁੱਧ ਦੇ ਅਨੁਸਾਰ ਤੂੰ ਸਾਨੂੰ ਸਾਰਿਆਂ ਨੂੰ ਲੈ ਕੇ ਚੱਲ ਖੁਦਾ। ਤੇਰਾ ਧੰਨਵਾਦ ਕਰਦੇ ਹਾਂ ਖੁਦਾ। ਹਰ ਸੁਣਨ ਵਾਲੇ ਦੇ ਦਿਲਾਂ ਨੂੰ ਤਿਆਰ ਕਰ ਖੁਦਾ। ਅੱਜ ਜੋ ਤੂੰ ਬੀਜ ਬੀਜਣ ਵਾਲਾ ਹੈ ਖੁਦਾ, ਉਹ ਪਿਤਾ ਪਰਮੇਸ਼ਰ ਇੱਕ ਚੰਗੀ ਧਰਤੀ ਦੀ ਤਰ੍ਹਾਂ, ਇੱਕ ਚੰਗੇ ਪਿਤਾ ਪਰਮੇਸ਼ਰ ਖੁਦਾ ਇੱਕ ਤੇਰੇ ਬੇਟੇ ਔਰ ਬੇਟੇ ਦੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਰਿਸੀਵ ਕਰਨ ਖੁਦਾ। ਔਰ ਮੇਰੇ ਪਰਮੇਸ਼ਰ ਤੇਰਾ ਅੱਜ ਦਾ ਵਚਨ ਅੱਗ ਦਾ ਤਾਇਆ ਹੋਇਆ ਹੋਏ। ਮੇਰੇ ਪਰਮੇਸ਼ਰ ਜ਼ਿੰਦਗੀਆਂ ਨੂੰ ਬਦਲੇ ਔਰ ਹਰ ਤਰ੍ਹਾਂ ਦਾ ਕਨਫਿਊਜ਼ਨ ਦੂਰ ਕਰੇ। ਹਰ ਤਰ੍ਹਾਂ ਦੇ ਖੁਦਾ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਬੰਧਨ ਟੁੱਟਣ ਔਰ ਮੇਰੇ ਪਰਮੇਸ਼ਰ ਹਰ ਤਰ੍ਹਾਂ ਦਾ ਅਧੂਰਾਪਨ ਖਤਮ ਹੋਵੇ ਖੁਦਾ। ਤੇਰਾ ਵਚਨ ਸਾਨੂੰ ਸੰਪੂਰਨ ਕਰੇ ਖੁਦਾ। ਜਿੱਥੇ ਤੇਰਾ ਵਚਨ ਹੈ ਔਰ ਜਿੱਥੇ ਤੇਰਾ ਪਾਕ ਰੂ ਹੈ ਉੱਥੇ ਮੌਜਾ ਹੋਣਾ ਲਾਜ਼ਮੀ ਹੈ ਖੁਦਾ। ਅੱਜ ਹਰ ਜਨ ਆਪਣੀ ਗਵਾਹੀ ਨੂੰ ਨਾਲ ਲੈ ਕੇ ਜਾਏ ਖੁਦਾ। ਮੇਰੇ ਪਰਮੇਸ਼ਰ ਤੇਰਾ ਸ਼ੁਕਰ ਕਰਦੇ ਹਾਂ ਖੁਦਾ। ਤੂੰ ਹੀ ਸਾਡੀ ਅਗਵਾਈ ਕਰਨੀ ਖੁਦਾ ਪਾਕ ਰੂ। ਉਸ ਆਤਮਹਾਨ ਪਰਮੇਸ਼ਰ ਦੀ ਵਡਿਆਈ ਕਰਨ ਦੇ ਵਿੱਚ, ਉਹਦੇ ਅੱਗੇ ਦੁਆਵਾਂ ਕਰਨ ਦੇ ਵਿੱਚ ਔਰ ਜੋ ਜਿੰਦਾ ਖੁਦਾ ਦਾ ਜਿੰਦਾ ਕਲਾਮ ਹੈ ਉਹਨੂੰ ਸਮਝਣ, ਉਹਦੇ ਉੱਤੇ ਚੱਲਣ ਔਰ ਉਸਨੂੰ ਅੱਗੇ ਵੰਡਣ ਦੇ ਸਾਨੂੰ ਕਾਬਿਲ ਕਰਨਾ ਮੰਗਦੇ ਔਰ ਪਾਲੀ ਨੇ ਆਪਣੇ ਜਿੰਦਾ ਖੁਦਾ ਯਿਸੂ ਮਸੀਹ ਦੇ ਜਲਾਲੀ ਨਾਮ ਦੇ ਵਿੱਚ। ਆਮੀਨ ਆਮੀਨ ਆਮੀਨ। ਹਾਲੇਲੂਇਆ। ਥੈਂਕ ਯੂ ਜੀਸਸ। ਤੇਰਾ ਸ਼ੁਕਰ ਖੁਦਾ ਬਾਪ, ਤੇਰਾ ਧੰਨਵਾਦ। मुक्ति दिलाए यीशु नाम, शांति दिलाए यीशु नाम, मुक्ति दिलाए यीशु नाम, शांति दिलाए यीशु नाम, मुक्ति दिलाए यीशु नाम, शांति दिलाए यीशु नाम। यीशु दया का बहता सागर, यीशु दया का
दिलाए यीशु नाम, शांति दिलाए यीशु नाम, मुक्ति दिलाए यीशु नाम, शांति दिलाए यीशु नाम। हम सबके पापों को मिटाने, हम सबके पापों को मिटाने यीशु हुआ बलिदान, यीशु हुआ बलिदान। यीशु का नाम मुक्ति दिलाए यीशु नाम, शांति दिलाए यीशु नाम। हालेलुया, हालेलुया। थैंक यू जीसस। मुक्ति तेरे ਵੱਲੋਂ ਹੈ ਖੁਦਾਮ, ਨਜਾਤ ਤੇਰੇ ਵੱਲੋਂ ਹੈ ਖੁਦਾਮ, ਤੇ ਛੁਟਕਾਰਾ ਤੇਰੇ ਵੱਲੋਂ ਹੈ ਖੁਦਾਮ, ਰਿਹਾਈ ਤੇਰੇ ਵੱਲੋਂ ਹੈ ਮੇਰੇ ਪਰਮੇਸ਼ਰ। ਚੰਗਿਆਈ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੈ। ਮੈਂ ਖੁਦਾਮ ਤੇਰਾ ਧੰਨਵਾਦ ਕਰਦਾ ਹਰ ਸੁਣਨ ਵਾਲਾ, ਹਰ ਪਿਤਾ ਪਰਮੇਸ਼ਰ ਖੁਦਾ ਜਿਸਮ ਜਾਨ ਤੇਰੂ ਅੱਜ ਜਿੱਥੇ ਤੱਕ ਇਹ ਆਵਾਜ਼ ਪਹੁੰਚ ਰਹੀ ਹੈ ਮੇਰੇ ਪਰਮੇਸ਼ਰ, ਤੇਰੇ ਨਾਮ ਦੇ ਵਿੱਚ ਆਪਣੀ ਨਜ਼ਾਤ ਨੂੰ ਲੈ ਕੇ ਜਾਏ ਖੁਦਾਮ, ਆਪਣੀ ਸ਼ਿਫਾ ਨੂੰ ਲੈ ਕੇ ਜਾਏ ਖੁਦਾਮ, ਆਪਣੀ ਪਿਤਾ ਪਰਮੇਸ਼ਰ ਗਵਾਹੀਆਂ ਨੂੰ ਅੱਜ ਲੈ ਕੇ ਜਾਣ ਖੁਦਾਮ। ਹਰ ਦਿਲ ਨੂੰ ਝੁਕਾ ਮੇਰੇ ਖੁਦਾਮ, ਹਰ ਸਟੈਫਨੈਕ, ਹਰ ਤਰ੍ਹਾਂ ਦੀ ਪਿਤਾ ਪਰਮੇਸ਼ਰ ਆਕੀਪੁਣਾ ਅੱਜ ਸੁਣਨ ਵਾਲਿਆਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਖਤਮ ਹੋ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ। ਮੈਂ ਤੇਰਾ ਧੰਨਵਾਦ ਕਰਦਾ ਖੁਦਾਮ। ਇਹ ਆਕੀਪੁਣਾ ਸਾਡਾ ਹਿੱਸਾ ਨਹੀਂ ਹੈ ਖੁਦਾਮ। ਹਰ ਉਹ ਪਿਤਾ ਪਰਮੇਸ਼ਰ ਬਦੀ, ਹਰ ਉਹ ਪਾਪ, ਹਰ ਉਹ ਗੁੱਸੇ ਵਾਲੀਆਂ ਗੰਦੀਆਂ ਆਤਮਾਵਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਅੱਜ ਉਹ ਖਤਮ ਕਰ ਖੁਦਾਮ, ਤਾਂ ਕਿ ਅਸੀਂ ਰੂਹ ਤੋਂ, ਜਾਨ ਤੋਂ, ਪੂਰੇ ਜਿਸਮ ਦੇ ਨਾਲ ਔਰ ਜ਼ੋਰ ਦੇ ਨਾਲ ਖੁਦਾਮ ਤੇਰੀ ਖਿਦਮਤ ਕਰੀਏ, ਤੇਰੀ ਪ੍ਰਸਤਿਸ਼ ਕਰੀਏ ਖੁਦਾਮ। ਤੂੰ ਸਾਡੇ ਪਾਰ ਚੱਕ ਲੈਨੇ ਖੁਦਾਮ, ਤੂੰ ਸਾਡੀ ਥਕਾਨ ਨੂੰ ਚੱਕ ਲਿਆ ਹੈ ਮੇਰੇ ਪਰਮੇਸ਼ਰ। ਮੈਂ ਤੇਰਾ ਧੰਨਵਾਦ ਕਰਦਾ ਖੁਦਾਮ। ਅਸੀਂ ਤੇਰੇ ਆਰਾਮ ਨੂੰ ਰਿਸੀਵ ਕਰਦੇ ਹਾਂ, ਅਸੀਂ ਤੇਰੀ ਸ਼ਾਂਤੀ ਨੂੰ, ਤੇਰੇ ਆਨੰਦ ਨੂੰ ਰਿਸੀਵ ਕਰਦੇ ਹਾਂ, ਅਸੀਂ ਤੇਰੀ ਚੰਗਿਆਈ ਨੂੰ ਰਿਸੀਵ ਕਰਦੇ ਹਾਂ ਮੇਰੇ ਪਰਮੇਸ਼ਰ। ਤੇਰਾ ਸੱਜਾ ਹੱਥ ਸਾਡੇ ਉੱਤੇ ਬਣਿਆ ਰਹੇ ਖੁਦਾਮ। ਅਸੀਂ ਆਪਣੀਆਂ ਗਵਾਹੀਆਂ ਦਿੰਦੇ ਥੱਕੀਏ ਨਾ ਖੁਦਾਮ, ਅਸੀਂ ਤੇਰੀ ਵਡਿਆਈ ਕਰਦੇ ਥੱਕੀਏ ਨਾ ਖੁਦਾਮ। ਤੂੰ ਆਪਣੇ ਜਲਾਲ ਦੀ ਸੁਣਨ ਵਾਲੇ ਨੂੰ ਤਿਆਰ ਕਰ ਖੁਦਾਮ। ਹਰ ਸ਼ਰਮਿੰਦਗੀ ਖਤਮ ਕਰ ਖੁਦਾਮ, ਹਰ ਸ਼ਰਮ, ਹਰ ਜੰਜੀਰ ਅੱਜ ਟੁੱਟ ਜਾਏ ਯਿਸੂ ਮਸੀਹ ਦੇ ਨਾਂ ਦੇ ਵਿੱਚ। ਅਸੀਂ ਖੁੱਲ ਕੇ ਤੇਰੀ ਪ੍ਰਭੂ ਯਿਸੂ ਮਸੀਹ ਆਰਾਧਨਾ ਕਰੀਏ, ਅਸੀਂ ਖੁੱਲ ਕੇ ਤੇਰੀਆਂ ਗਵਾਹੀਆਂ ਦਈਏ, ਹਰ ਉਮਤ ਔਰ ਕੌਮ ਦੇ ਵਿੱਚ ਅਸੀਂ ਪਹੁੰਚ ਸਕੀਏ। ਤੂੰ ਆਪਣੇ ਲਫ਼ਜ਼ ਦੇ, ਆਪਣੇ ਅਲਫਾਜ਼ ਦੇ ਮੇਰੇ ਪਰਮੇਸ਼ਰ, ਆਪਣਾ ਕਲਾਮ ਦੇ ਖੁਦਾਮ, ਤਾਂ ਕਿ ਅਸੀਂ ਪੂਰੀ ਦਲੇਰੀ ਦੇ ਨਾਲ ਖੁਦਾਮ ਤੇਰੀ ਵਡਿਆਈ ਖੁਦਾਮ ਦੁਨੀਆ ਤੱਕ ਪਹੁੰਚਾ ਸਕੀਏ ਖੁਦਾਮ, ਤੇਰੀ ਖੁਸ਼ਖਬਰੀ ਨੂੰ ਦੂਜਿਆਂ ਤੱਕ ਪਹੁੰਚਾ ਸਕੀਏ ਖੁਦਾਮ। ਤੂੰ ਇਸ ਕਾਬਿਲ ਕਰ ਮੇਰੇ ਪਰਮੇਸ਼ਰ। ਹਾਲੇਲੂਇਆ। ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਥੈਂਕ ਯੂ ਫਾਦਰ, ਥੈਂਕ ਯੂ ਜੀਸਸ। ਯਿਸੂ ਚੁੱਕ ਲਈਆਂ ਨੇ ਸਜ਼ਾਵਾਂ ਮੇਰੀਆਂ, ਯਿਸੂ ਚੁੱਕ ਲਈਆਂ ਨੇ ਸਜ਼ਾਵਾਂ ਮੇਰੀਆਂ, ਮੇਰੇ ਯਿਸੂ ਦੀਆਂ ਰਹਿਮਤਾਂ ਬਥੇਰੀਆਂ, ਮੇਰੇ ਯਿਸੂ ਦੀਆਂ ਰਹਿਮਤਾਂ ਬਥੇਰੀਆਂ, ਮੇਰੇ ਯਿਸੂ ਦੀਆਂ ਰਹਿਮਤਾਂ ਬਥੇਰੀਆਂ। ਯਿਸੂ ਨਾਮ, ਯਿਸੂ ਨਾਮ, ਇੱਕੋ ਨਾਮ ਉੱਚਾ ਨਾਮ। ਹਾਲੇਲੂਇਆ।
फजल ते दिंदा ए दलेरियां, करे फजल ते दिंदा ए दलेरियां, मेरे यसू दियां रहमतां बथेरियां, मेरे यसू दियां रहमतां बथेरियां, मेरे यसू दियां रहमतां बथेरियां, यसू नाम इको नाम उच्चा नाम, यसू नाम इको नाम उच्चा नाम। हालेलुया 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 हालेलुया। यीशु मसीह की जय, यीशु मसीह की जय, जो हमारे बीच में है, जो हमारे साथ है। हालेलुया 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 हालेलुया। हालेलुया। जिंदा खुदा तेरा शुक्र ते आभार यस तेरा खुदावन तेरा धन्यवाद शुक्र। आत्महान मेरे परमेश्वर। खुदा Thank प्रभु you, यीशु Father. मसीह Thank आज दे you. दिन ਲਈ ਅਸੀਂ ਤੇਰਾ Thank ਸ਼ੁਕਰ you, ਕਰਨੇ ਆ, Jesus. ਅੱਜ ਦੇ Ora ਮੌਕਾ ਲਈ baki ਤੇਰਾ da ਧੰਨਵਾਦ baki ਕਰਦੇ da ਮੇਰੇ baki ਪਿਤਾ ਪਰਮੇਸ਼ਰ। ਤੇਰੇ ਦਾਸ ਲਈ ਅਸੀਂ ਤੇਰਾ ਸ਼ੁਕਰ ਕਰਨੇ ਆ, ਮੈਂ ਆਪਣੇ ਆਪ ਲਈ ਤੇਰਾ ਸ਼ੁਕਰ ਕਰਨੀ ਆ, ਸੁਣਨ ਵਾਲਿਆਂ ਲਈ ਅਸੀਂ ਤੇਰਾ ਸ਼ੁਕਰ ਕਰਨੇ ਆ ਪ੍ਰਭੂ ਯੀਸ਼ੂ ਮਸੀਹ, ਜੋ ਅਸੀਂ ਤੇਰੇ ਨਾਮ ਵਿੱਚ ਇਕੱਠੇ ਹੋਏ ਹਾਂ ਖੁਦਾਵੰਦ ਜੀ। ਖੁਦਾਵੰਦ ਤੇਰੇ ਫਜ਼ਲ ਲਈ ਜਿਹੜਾ ਸਾਡੇ ਉੱਤੇ ਹੋਇਆ ਹੈ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਅੱਜ ਅਸੀਂ ਪ੍ਰਭੂ ਯੀਸ਼ੂ ਮਸੀਹ ਇਕੱਠੇ ਹੋਏ ਹਾਂ ਮੇਰੇ ਪਿਤਾ। ਖੁਦਾਵੰਦ ਅੱਜ ਸਾਡਾ ਇਕੱਠਾ ਹੋਣਾ ਬਾਇਸੇ ਬਰਕਤ ਦਾ ਕਾਰਨ ਬੜੇ ਪ੍ਰਭੂ ਯੀਸ਼ੂ ਮਸੀਹ। ਜੋ ਵੀ ਅਸੀਂ ਤੇਰੀ ਪ੍ਰਸਤਿਸ਼ ਕੀਤੀ ਹੈ, ਸਾਡਾ ਵਿਸ਼ਵਾਸ ਹੈ तेरे हजूर कबूल हो चुकी है मेरे पिता। मेरे यीशु नासरी तेरे हजूर कबूल हो चुकी है खुदावंद। आज दी परस्तिश दे नाल प्रभु जी बहुत सारे बंधन खुल चुके ने, बहुत सारे प्रभु यीशु मसीह साडे भैन भरावां ने दलेरी पाई है मेरे प्रभु जी। असी तेरा शुक्र करने हैं सचमुच पिता परमेश्वर। तेरी आराधना विच खुदावंद खुदा छुटकारा है, तेरी आराधना विच दलेरी है, तेरी आराधना विच प्रभु यीशु मसीह सचमुच खुदावंद खुदा आज़ादी है। हालेलुया खुदावंद तेरा शुक्र करने आ साडे मुखां लई प्रभु जी, साडीआं जुबानां लई जिन्हां ते उत्ते प्रभु यीशु मसीह तेरी आराधना हुंदी है मेरे पिता परमेश्वर। खुदावंद तेरा फजल ही है जो असीं तेरी आराधना करदे हां प्रभु यीशु मसीह, क्योंकि असीं तेरे फजल बिना असीं एक शब्द भी तेरे हजूर बोल नहीं सकदे मेरे पिता परमेश्वर। तेरा शुक्र करने आ तेरे फजल ही मेरे पिता परमेश्वर। दुआ करदे तेरे दास लई मेरे पिता परमेश्वर। अज तू अपने दास नूं अपने पवित्र आत्मा दे नाल भर दे प्रभु यीशु मसीह। आज खुदावंद खुदा तू अपनी अग दा शोला बना के अपने बेटे नूं इस्तेमाल कर प्रभु यीशु मसीह। सुनन वाले आज वड्डी बरकत पाउण तेरे वचन थ्रू मेरे पिता परमेश्वर। खुदावंद खुदा जिन्ने भी सुनन वाले बैठे ने प्रभु जी, एक एक दे कन्ना ते सोचां ते जुबानां ते प्रभु यीशु मसीह तू कब्जा कर ला प्रभु यीशु मसीह। उस माहौल ते जिस माहौल ते दे विचों बैठे ने मेरे प्रभु जी, उस माहौल ते कब्जा कर ले प्रभु यीशु मसीह। खुदावंद साडीआं सोचां प्रभु जी तेरी हजूरी तो बाहर ना जान, तेरे वचन वाल लगियां रहन मेरे पिता परमेश्वर, ताकि जब असी अपनी रूह जिस्म जान दे नाल अज दे वचन नूं रिसीव करिए प्रभु जी, और अपनी जिंदगियां च प्रैक्टिकल रूप दे सकिए मेरे पिता परमेश्वर। अपने पवित्र आत्मा द्वारा साडी मदद करी प्रभु जी, क्योंकि असी अपने जोर दे नाल तेरे वचनां विच नहीं चल सकदे। तेरा पवित्र आत्मा जिहड़ा तू सानू मददगार दे रूप च दित्ता है खुदावंद, सानू तेरे वचन नूं सुनन विच, उस ते अमल करन विच, उस उत्ते चलण विच साडी मदद ते सहायता करे मेरे प्रभु यीशु मसीह, ताकि आज तेरी हजूरी च बैठना वड्डी बरकत लैके आवे प्रभु जी, वड्डे चेंज नूं लैके आवे मेरे पिता परमेश्वर। खुदावंद यीशु मसीह और खुदावंद वड्डियां दलेरियां नूं लैके आवे मेरे पिता परमेश्वर। आज दे वचन दे नाल प्रभु यीशु मसीह साडे विश्वास वधन मेरे पिता परमेश्वर, क्योंकि खुदावंद तेरा वचन सानू दसदा है विश्वास बिना तेनू खुश करना अनहोना है। खुदावंद आज साडे विच ऐसा विश्वास वधे जो तुसी साडीआं जिंदगियां तो खुश हो जाओ, साडे विश्वास तो खुश हो जाओ मेरे पिता परमेश्वर। तुहाडा दिल शाद होवे साडे विश्वास वाल देख के मेरे पिता परमेश्वर, और तुहाडा हाथ वधे सानू बरकत देण लई प्रभु जी। ओ हाथ जिन्नू जेड़ा जदों वधदा है तां उदों मोजज़ात हो जांदे ने, छुटकारे हो जांदे है। आज प्रभु यीशु मसीह सुनन वालियां ते प्रभु जी सुनाउण वालियां ते ओ हाथ वधे और छुटकारे हो जान मेरे यीशु मसीह दे नाम विच। और खुदावंद खुदा मेरे प्रभु यीशु मसीह सारा जलाल सारी वडियाई तुहानू मिले प्रभु जी। मंगदियां तुहाडे मिठे ते प्यारे यीशु नाम विच और शुक्रगुजारी नाल पा लैनी हां। आमीन आमीन हालेलुया। खुदा तुहानू सारे बहुत सारी आशीष ते बरकत देन, और जिंदा खुदा दा शुक्र करते हैं जो साडे दरमियान है। उस आत्महान दे उस जिंदा कलाम दे विचों अज असीं पढ़ांगे कि असीं तैयार हां
ਕਿ ਸਾਡਾ ਮੇਰਾ ਪਰਮੇਸ਼ਵਰ ਹੁਣੇ ਆ ਜਾਏ ਔਰ ਜ਼ਿੰਦਾ ਖੁਦਾ ਸਾਨੂੰ ਨਾਲ ਲੈ ਕੇ ਜਾਣਾ ਚਾਹਵੇ, ਤੇ ਕੀ ਮੇਰੀ ਉਹ ਤਿਆਰੀ ਪੂਰੀ ਹੈਗੀ ਆ ਕਿ ਹਜੇ ਵੀ ਮੈਂ ਚਾਹੁੰਦਾ ਕਿ ਮੈਨੂੰ 1 ਮਹੀਨਾ 2 ਮਹੀਨੇ ਜਾਂ ਮੈਨੂੰ ਮੌਕਾ ਦਿੱਤਾ ਜਾਏ। ਪਰਮੇਸ਼ਵਰ ਜਿਹੜਾ ਹੈ ਉਹ ਆਪਣੇ ਵਚਨ ਦੇ ਵਿੱਚ ਬਾਰ-ਬਾਰ ਦੱਸਦਾ ਪਿਆ ਹੈ, ਸਾਡੇ ਕੋਲੋਂ ਟਾਈਮ ਥੋੜ੍ਹਾ ਆ, ਖੁਦਾ ਦੇ ਕੋਲੋਂ ਨਹੀਂ, ਸਾਡੇ ਕੋਲੋਂ। ਕਿਉਂਕਿ ਖੁਦਾ ਦੇ ਲਈ ਜਿਹੜਾ 1 ਸਾਲ 1 ਘੰਟੇ ਵਾਸਤੇ ਜਾਂ 1 ਸੈਕਿੰਡ ਦਾ ਵੀ ਹੋ ਸਕਦਾ, ਪਰ ਤੁਹਾਡੇ ਕੋਲੋਂ ਤੇ ਮੇਰੇ ਕੋਲੋਂ ਸਮਾਂ ਥੋੜ੍ਹਾ ਆ। ਇਸ ਕਰਕੇ ਤੁਸੀਂ ਆਪਣੇ ਸਮੇਂ ਨੂੰ ਸਹੀ ਤਰ੍ਹਾਂ ਇਸਤੇਮਾਲ ਕਰੋ। ਤੁਸੀਂ ਆਪਣੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈ, ਨਾ ਕਿ ਜਦੋਂ ਸਾਨੂੰ ਲੋੜ ਆ ਤੇ ਉਦੋਂ ਅਸੀਂ ਵਚਨ ਪੜ੍ਹ ਲਿਆ, ਉਦੋਂ ਅਸੀਂ ਦੁਆ ਕਰ ਲਈ, ਜਾਂ ਉਦੋਂ ਅਸੀਂ ਚਰਚ ਵਿੱਚ ਚਲੇ ਗਏ ਤੇ ਜਦੋਂ ਸਾਡੀਆਂ ਲੋੜਾਂ ਜਿਹੜੀਆਂ ਪੂਰੀਆਂ ਹੋ ਗਈਆਂ ਤੇ ਉਦੋਂ ਸਾਡੀਆਂ ਸਾਰਾ ਕੁਝ ਸਾਡਾ ਠੀਕ ਠਾਕ ਆ ਜੀ। ਪਰਮੇਸ਼ਰ ਕਹਿੰਦਾ ਉਹਨੇ ਅਚਾਨਕ ਆਉਣਾ ਆ। ਜਿੱਦਾਂ ਇੱਕ ਚੋਰ ਆਣ ਕੇ ਪੈ ਜਾਂਦਾ ਆ, ਉਹ ਦੱਸ ਕੇ ਨਹੀਂ ਆਉਂਦਾ, ਉਸੇ ਤਰ੍ਹਾਂ ਮੇਰਾ ਪਰਮੇਸ਼ਰ ਵੀ ਅਚਾਨਕ ਆਏਗਾ। ਉਹ ਚੋਰ ਨਹੀਂ ਹੈਗਾ, ਇਹਨੂੰ ਮਿਸਅੰਡਰਸਟੈਂਡਿੰਗ ਨਹੀਂ ਲੈਣੀ, ਉਹ ਚੋਰ ਨਹੀਂ ਹੈਗਾ, ਉਹ ਜ਼ਿੰਦਾ ਖੁਦਾ ਆ, ਉਹ ਆਏਗਾ। ਕਹਿਣ ਦਾ ਮਤਲਬ ਹੀ ਤੁਸੀਂ ਐਕਸਪੈਕਟ ਨਹੀਂ ਕਰਦੇ ਹੋਵੋਗੇ ਤੇ ਮੇਰਾ ਜ਼ਿੰਦਾ ਖੁਦਾ ਤੁਹਾਡੇ ਸਾਹਮਣੇ ਆਣ ਕੇ ਖਲੋ ਜਾਣਾ। ਹਾਲੇਲੂਇਆ। ਉਹ ਸਰਪ੍ਰਾਈਜ਼ ਕਰਦਾ ਆ। ਕਿੱਦਾਂ ਕਰਦਾ ਆ ਕਿ ਤੁਸੀਂ ਤੇ ਅਸੀਂ ਜਿਹੜੇ ਵੇਟ ਨਹੀਂ ਕਰਦੇ ਹੁੰਦੇ। ਨੂਹ ਨਬੀ ਨੇ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਚਾਰ ਕੀਤਾ, ਬਚ ਜਾਓ, ਪਾਪਾ ਤੋਂ ਮੁੜ ਜਾਓ, ਆ ਜਾਓ, ਕਿਸ਼ਤੀ ਦੇ ਵਿੱਚ ਬੈਠ ਜਾਓ। ਉਹ ਸਾਰੇ ਜਣੇ ਆਪਣੇ ਠੱਠਿਆਂ ਦੇ ਵਿੱਚ ਲੱਗੇ ਰਹੇ, ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਰਹੇ, ਪਰ ਉਹਨਾਂ ਨੇ ਉਹ ਮੌਕਾ ਜਿਹੜਾ ਸੀਗਾ ਬਾਅਦ ਵਿੱਚ ਖੁੰਝ ਗਿਆ। ਔਰ ਉਸ ਜਹਾਜ਼ ਦੇ ਵਿੱਚ ਜਿਹੜਾ ਪਰਮੇਸ਼ਵਰ ਨੇ ਉਹਨੂੰ ਹੁਕਮ ਦਿੱਤਾ ਸੀ, ਨੂੰ ਉਹਦੀ ਸਿਰਫ ਆਪਣੀਆਂ ਜਿਹੜੀਆਂ ਧੀਆਂ, ਉਹਨਾਂ ਦੇ ਜਵਾਈ ਯਾਨੀ ਕਿ ਉਹਨਾਂ ਦੇ ਬੱਚੇ, ਔਰ ਸਾਰੇ ਉਹਨਾਂ ਦੇ ਧੀਆਂ ਤੇ ਪੁੱਤਰ ਜਿਹੜੇ ਸੀਗੇ ਉਹ ਬਚ ਸਕੇ, ਜਿਹੜੇ ਪਰਮੇਸ਼ਵਰ ਨੇ ਬਚਾਉਣੇ ਚਾਹੇ। ਕਿਉਂਕਿ ਜਿਹੜੀਆਂ ਉਹਨਾਂ ਬਾਕੀ ਧੀਆਂ ਦੇ ਕੋਲ ਵੀ ਗਿਆ ਸੀਗਾ ਕਹਿਣ ਲਈ, ਉਹ ਮੰਨੇ ਨਹੀਂ। ਅੱਜ ਤੁਸੀਂ ਬੇਫਿਕਰ ਹੋ ਕੇ ਬੈਠੇ ਆ, ਜਾਂ ਮੈਂ ਬੇਫਿਕਰ ਹੋ ਕੇ ਬੈਠਾ ਆ, ਪ੍ਰਚਾਰ ਸਾਰਿਆਂ ਤੱਕ ਪਹੁੰਚਦਾ ਪਿਆ ਆ। ਇੱਕ ਪਾਸਟਰ ਦੀ ਪੂਰੀ ਫੈਮਿਲੀ ਵੀ ਨਹੀਂ ਬਚ ਪਾ ਰਹੀ, ਪਰ ਉਹਦੇ ਵਿੱਚ ਵੀ ਖੁਦਾ ਜੇ ਉਹਨਾਂ ਦੇ ਦਿਲਾਂ ਨੂੰ ਤਿਆਰ ਕਰੇਗਾ ਤਾਂ ਉਹ ਬਚਾਏ ਜਾਣੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਅਸੀਂ ਮਿਹਨਤ ਕਰਨੋਂ ਨਹੀਂ ਹਟਣਾ। ਹਾਲੇਲੂਇਆ। ਪਰਮੇਸ਼ਵਰ ਦੱਸਦਾ ਆਪਣੇ ਵਚਨ ਦੇ ਵਿੱਚ, ਪਹਿਲਾ ਥੈਸਲੋਨੀਕੀਅੰਸ ਦੇ ਵਿੱਚ ਪੜਾਂਗੇ ਉਹਦਾ 5 ਬਾਬ ਉਹਦੀ 1 ਐਤ ਤੋਂ। ਔਰ ਪਰਮੇਸ਼ਵਰ ਨੇ ਦੱਸਿਆ ਕਿ ਸਾਡੀ ਤਿਆਰੀ ਜਿਹੜੀ ਆ ਉਹ ਬਿਲਕੁਲ ਤਿਆਰ ਬਹਿਣਾ ਆ। ਜਿੱਦਾਂ ਉਹ 5 ਕੁਆਰੀਆਂ ਜਿਹੜੀਆਂ ਤੁਸੀਂ ਤਿਆਰ ਬੈਠੀਆਂ ਸੀਗੀਆਂ ਤੇ 5 ਨੇ ਆਪਣੀ ਤਿਆਰੀ ਤੇ ਕਰ ਲਈ ਸੀ, ਪਰ ਬਾਅਦ ਵਿੱਚ ਸੌਂ ਗਈਆਂ। ਹਾਲੇਲੂਇਆ। ਬਹੁਤ ਸਾਰੇ ਲੋਕੀ ਜਿੱਦਾਂ ਗਲਾਤੀਆਂ ਦੇ 3 ਬਾਬ 3 ਐਤ ਵਿੱਚ ਮੈਂ ਬਾਰ-ਬਾਰ ਦੱਸਦਾ ਆ, ਕਿਉਂਕਿ ਆਤਮਾ ਦੇ ਵਿੱਚ ਸ਼ੁਰੂ ਕਰਦੇ ਨੇ ਤੇ ਬਾਅਦ ਚ ਜਿਸਮਾਨੀ ਹੋ ਜਾਂਦੇ ਨੇ। ਹਾਲੇਲੂਇਆ। ਇਹ ਸ਼ੈਤਾਨ ਦੀ ਬੜੀ ਵੱਡੀ ਯੋਜਨਾ ਆ। ਉਹ ਪਹਿਲਾਂ ਕਹਿੰਦਾ ਚੱਲ ਇਹਨੂੰ ਥੋੜਾ ਜਿਹਾ ਇਹਨੂੰ ਕਰ, ਮੈਂ ਨਸਤਾਉਣਾ ਬੰਦ ਕਰ ਦੇਣਾ ਹੈ, ਇਹਨੂੰ ਖੁਦਾ ਦੇ ਵਿੱਚ ਆ ਲੈਂਦੇ, ਬਾਅਦ ਵਿੱਚ ਤੇ ਇਹਨੇ ਫਿਰ ਢਿੱਲਾ ਹੋ ਹੀ ਜਾਣਾ ਹੈ। ਹਾਲੇਲੂਇਆ। ਉਹ ਇਸ ਤਰ੍ਹਾਂ ਦੀਆਂ ਸਕੀਮਾਂ ਕੱਢਦਾ ਆ ਸਾਡੀ ਜ਼ਿੰਦਗੀ ਦੇ ਵਿੱਚ, ਜਿਹਦੇ ਨਾਲ ਸਾਨੂੰ ਖੁਦਾ ਦੇ ਵਿੱਚ ਵਧਣਾ ਸਾਡੇ ਲਈ ਬੜਾ ਵੱਡਾ ਸਾਨੂੰ ਪਹਾੜ ਲੱਗਦਾ ਆ। ਪਰ ਜੇ ਅਸੀਂ ਪਾਕ ਰੂਹ ਦੇ ਨਾਲ ਸਾਡੀ ਸਹਿਭਾਗਿਤਾ ਹੋਵੇ, ਰਿਲੇਸ਼ਨਸ਼ਿਪ ਹੋਵੇ, ਤੇ ਖੁਦਾ ਪਾਕ ਰੂਹ ਸਾਨੂੰ ਖੁਦਾ ਦੇ ਕਦਮਾਂ ਦੇ ਉੱਤੇ ਲੈ ਕੇ ਚੱਲਦਾ ਹੈ। ਆਮੀਨ। ਔਰ ਪਰਮੇਸ਼ਰ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ 5 ਬਾਬ ਉਹਦੀ 1 ਐਤ, ਪਹਿਲਾ ਥੈਸਲੋਨੀਕੀਆਂ ਉਹਦਾ 5 ਬਾਬ ਉਹਦੀ 1 ਐਤ ਵਿੱਚ ਪੜਾਂਗੇ। ਪਰ हे ਪ੍ਰਭੂ, ਤੁਹਾਨੂੰ ਕੋਈ ਲੋੜ ਨਹੀਂ ਜੋ ਤੁਹਾਡੀ ਵੱਲ ਸਮਿਆਂ ਅਤੇ ਵੇਲਿਆਂ ਲਈ ਕੁਝ ਲਿਖਿਆ ਜਾਵੇ, ਕਿਉਂ ਜੋ ਤੁਸੀਂ ਆਪ ਠੀਕ ਤਰ੍ਹਾਂ ਜਾਣਦੇ ਹੋ ਭਈ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਰਾਤ ਨੂੰ ਚੋਰ। ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁੱਖ ਸਾਂਦ ਹੈ, ਤਦ ਜਿਵੇਂ ਗਰਭਵਤੀ ਇਸਤਰੀ ਨੂੰ ਪੀੜਾਂ ਲੱਗਦੀਆਂ ਹਨ, ਤਿਵੇਂ ਉਹਨਾਂ ਦਾ ਅਚਾਨਕ ਨਾਸ ਹੋ ਜਾਵੇਗਾ ਅਤੇ ਉਹ ਕਦੀ ਨਾ ਬਚਣਗੇ। ਪਰ हे ਪ੍ਰਭੂ, ਤੁਸੀਂ ਹਨੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਦੀ ਨਿਆਈ ਆਣ ਪਵੇ, ਕਿਉਂ ਜੋ ਤੁਸੀਂ ਸਭੇ ਚਾਨਣ ਦੇ ਪੁੱਤਰ ਅਤੇ ਦਿਨ ਦੇ ਪੁੱਤਰ ਹੋ। ਅਸੀਂ ਰਾਤ ਦੇ ਨਹੀਂ ਨਾ ਹਨੇਰੇ ਦੇ ਹਾਂ। ਆਮੀਨ। ਅਸੀਂ ਰਾਤ ਦੇ ਨਹੀਂ, ਅਸੀਂ ਹਨੇਰੇ ਦੇ ਹਾਂ। ਜਿੱਦਾਂ ਸਾਡਾ ਖੁਦਾ ਦੇ ਨਾਲ ਰਿਲੇਸ਼ਨਸ਼ਿਪ ਵਧਦਾ, ਅਸੀਂ ਪਰਮੇਸ਼ਰ ਦੇ ਨਾਲ ਆਪਣੇ ਆਪ ਨੂੰ ਲੈ ਕੇ ਚੱਲਦੇ ਹਾਂ। ਔਰ ਖੁਦਾ ਦਾ ਵਚਨ ਦੱਸਦਾ ਹੈ ਅਸੀਂ ਨੇਰੇ ਦੇ ਬੱਚੇ ਨਹੀਂ ਹਾਂ। ਨੇਰੇ ਦੇ ਬੱਚਿਆਂ ਦੇ ਕੀ ਕੰਮ ਆ? ਅੰਧਕਾਰ ਵਾਲੇ ਕੰਮ ਕਰਨੇ। ਨੇਰੇ ਦੇ ਬੱਚਿਆਂ ਦੇ ਕੀ ਕੰਮ ਆ? ਜਿਹੜੇ ਅੰਧਕਾਰ ਨੂੰ ਪਸੰਦ ਆ ਉਹ ਚੀਜ਼ਾਂ ਕਰਨੀਆਂ। ਪਰ ਅਸੀਂ ਦਿਨ ਦੇ ਬੱਚੇ ਆ, ਅਸੀਂ ਚਾਨਣ ਦੇ, ਅਸੀਂ ਲੋ ਦੇ ਬੱਚੇ ਆ। ਔਰ ਸਾਡੇ ਕੰਮ ਵੀ ਲੋ ਵਾਲੇ ਹੋਣੇ ਚਾਹੀਦੇ ਆ, ਚਾਨਣ ਵਾਲੇ ਹੋਣੇ ਚਾਹੀਦੇ ਆ, ਜਿਹਦੇ ਤੋਂ ਸਾਨੂੰ ਕੁਝ ਛਪਾਉਣਾ ਨਾ ਪਵੇ, ਸਿਰ ਤੋਂ ਸਾਨੂੰ ਕੁਝ ਲੁਕਾਉਣਾ ਨਾ ਪਵੇ। ਉਸ ਜਿੰਦਾ ਪਰਮੇਸ਼ਵਰ ਨੇ ਸਾਡੇ ਤੋਂ ਕੁਝ ਵੀ ਨਹੀਂ ਛੁਪਾਇਆ। ਆਪਣੇ ਭੇਤ, ਆਪਣੇ ਗੁਣ, ਆਪਣਾ ਕਰੈਕਟਰ, ਸਭ ਕੁਝ, ਉਹਦੀ ਜੋ ਇੱਛਾ ਆ ਉਹ ਵੀ ਉਹਨੇ ਸਾਡੇ ਤੇ ਜ਼ਾਹਿਰ ਕਰ ਦਿੱਤੀ ਆ।
कि मैं पुत्र पवित्र हाँ ते तू भी पवित्र बन, मैं माफ़ करदा हाँ ते तू भी माफ़ कर, मैं दूजियां दे उत्ते रहम रखदा तू भी दूजियां दे उत्ते रहम रख। सब कुछ खुदा दा जो कुछ हैगा उन्हें साडे ते जाहिर कर चुका है, पर वचन पढ़न दा सानू मौका मिलना है। ਉਹ ਕਿਦੋਂ ਮਿਲਣਾ ਆ? ਜਦੋਂ ਅਸੀਂ ਉਹਦੇ ਨਾਲ ਬੈਠਾਂਗੇ, ਆਪਣੀ ਸਾਰੀ ਦਿਨਚਰਿਆ ਦੇ ਵਿੱਚੋਂ ਆਪਣੇ ਆਪ ਨੂੰ ਕੱਟ ਆਫ ਕਰਾਂਗੇ ਔਰ ਜ਼ਿੰਦਾ ਖੁਦਾ ਦੇ ਵਿੱਚ ਬੈਠਾਂਗੇ, ਫਿਰ ਸਾਡੀ ਤਿਆਰੀ ਹੋਣੀ ਹੈ। ਹਾਲੇਲੂਇਆ। ਇੱਕ ਆਮ ਬੰਦੇ ਦੀ ਵੀ ਤਿਆਰੀ ਜਿਹੜੀ ਹੈ, ਜਦ ਉਹ ਕਿਸੇ ਵੀ ਕੰਮ ਲਈ ਜਾਂ ਜੌਬ ਦੇ ਲਈ ਆਪਣੇ ਆਪ ਨੂੰ ਤਿਆਰ ਕਰਦਾ ਵਾ, ਜੇ ਉਸ ਵਾਸਤੇ ਆਪਣੇ ਆਪ ਨੂੰ ਤਿਆਰ ਕਰਕੇ ਤੇ ਫਿਰ ਜਾਂਦਾ ਇੰਟਰਵਿਊ ਦੇ ਲਈ ਜਾਂ ਇੱਥੇ ਜਿੱਦਾਂ ਹੁੰਦਾ ਆ, ਤੇ ਫਿਰ ਉੱਥੇ ਜਾ ਕੇ ਉਸ ਨੂੰ ਕੰਮ ਦੇ ਲਈ ਉਸ ਨੂੰ ਰੱਖਿਆ ਜਾਂਦਾ ਹੈ। ਹਾਲੇਲੂਇਆ। परमेश्वर की कह रहा, कहना तुहाडी पूरी तैयारी होनी चाहिए है। लोगों ने तुहानू कहना आ कित्थे आ गया तुसी 2020 साल हो गए कहंदियां नू यीशु आउण वाला, यीशु आउण वाला, अजे तक तो यीशु आया नहीं। इहो ही काम नूह नू कहंदे सीगे कि तू कही जाना वा क्यामत आउण वाली, क्यामत आउण वाली आ ते पापा तो मुड़ जाओ, ते असीं किद्दां मुड़ जाईए? क्यामत कित्थे आ? तू ते तैनू महीना हो गया, 2 महीने हो गए, साल हो गया। वो किन्ने साल जिहड़ा सी वो प्रचार करदा रहा। हालेलुया। और परमेश्वर का वचन दसदा है कि वह ऐदा आना आ जिदा एक गर्भवती औरत नू पीड़ा लगदियां ने। जदों डिलीवरी दी पीड़ा हुंदियां ने उदों गर्भवती औरत नू पता नहीं हुंदा कि उन्हें किदों डिलीवरी देनी आ। जदों वो पीड़ा शुरू हुंदियां ने वो एक सिग्नल हुंदा आ, लेबर पेन्स जिन्हां नूं बोलदे आ, वो एक सिग्नल हुंदा आ कि हुण इह औरत जिहड़ी आ डिलीवरी देण वाली है। हालेलुया। ਇਹ ਜਿਹੜੀਆਂ ਪੀੜਾਂ ਨੇ ਦੁਨੀਆ ਦੇ ਵਿੱਚ ਇਸ ਟਾਈਮ ਜਿਹੜੇ ਅਸੀਂ ਦੁੱਖ ਦੇਖਦੇ ਪਏ ਆ, ਬਿਮਾਰੀਆਂ ਦੇਖਦੇ ਪਏ ਆ, ਲੜਾਈਆਂ ਦੀਆਂ ਖਬਰਾਂ ਸੁਣਦੇ ਪਏ ਆ, ਇਹ ਸਿਰਫ ਸਮਝ ਲਓ ਕਿ ਲੇਬਰ ਪੇਨਸ ਸ਼ੁਰੂ ਹੋਈਆਂ ਨੇ, ਅਜੇ ਤੱਕ ਡਿਲੀਵਰੀ ਨਹੀਂ ਹੋਣ ਦੀ। ਅਜੇ ਤੱਕ ਉਹ ਖੁਦਾਵੰਦ ਦਾ ਪ੍ਰਭੂ ਯਿਸੂ ਮਸੀਹ ਦਾ ਆਉਣਾ ਅਜੇ ਤੈਅ ਨਹੀਂ ਆ। ਅਜੇ ਤੱਕ ਸਾਡੇ ਪਰਮੇਸ਼ਵਰ ਦਾ ਪ੍ਰਚਾਰ ਜਦ ਤੱਕ ਕੋਨੇ ਦੇ ਵਿੱਚ ਨਹੀਂ ਪਹੁੰਚ ਜਾਂਦਾ, ਮੇਰੇ ਮਸੀਹ ਨੇ ਨਹੀਂ ਜੀ ਆਉਣਾ। ਪਰ ਅਸੀਂ ਆਪਣੀ ਤਿਆਰੀ ਪੂਰੀ ਮੁਕੰਮਲ ਕਰ ਦਈਏ, ਉਸ ਤੋਂ ਬਾਅਦ ਕਾਲ ਪੈ ਜਾਣਾ ਆ। मेरे परमेश्वर ने दसिया, फिर मैं जो खुदा को मंगिया खुदा एक काल किद्दां पैना आ, फिर परमेश्वर ने जो मेरे ते जाहिर किया मैं ताना शेयर जरूर करना चाहांगा। हुण किद्दां वचन पहुंचदा पिया आ बाइबल से रही फिजिकली, और सब तो वध हुण 80% जिहड़ा प्रचार हो रहा है कोरोना वायरस दे विच वो इंटरनेट राही आ। बाद च इंटरनेट बंद हो जाने आ, जदों लड़ाइयां लग गईयां उस सैटेलाइट्स के कनैक्शन टुट जाने आ, फिर काल पै जाना आ, फिर लड़ाई बाइबल तानू लभनी नहीं है, मैनू लभनी नहीं है। जे असी पढ़ी होएगी वो खुदा दे वादियां नू असी चेता रखिया होएगा ते तद असी उस खुदा दे वादियां दे नाल असी बचाए जा सकते हैं। आमीन। इस करके परमेश्वर दे वचन नू कल्ला सुनो ना, ये इंटरनेट कल्ला सुनन दे लई नहीं बनाया परमेश्वर ने। इनू सुन के बाद विच बंद करके एक साइड ते रख दो और अपने वचन नू पढ़ो, उन्होंने अज जो सिक्ख्या आ उन्होंने समझण दी कोशिश करो। जे नहीं समझ लगदी पई खुदा दे कोलों मंगो ताकि मेरा परमेश्वर तुहानू बुद्ध देवे और वो भी खुल के देगा और वो लांबा नहीं मारेगा। आमीन। इस करके परमेश्वर की कह रहा है, जब असीं पढ़ांगे पहला तिमोथियस ਉਹਦੀ 4 ਬਾਬ ਉਹਦੀ 9 ਐਤ ਵਿੱਚ ਲਿਖਿਆ ਹੈ। ਹਾਂਜੀ ਪੜ੍ਹ ਦੋ। ਇਹ ਵਚਨ ਸੱਤ ਹੈ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ। ਇਸੇ ਨਿਮਿਤ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ, ਇਸ ਲਈ ਜੋ ਅਸਾਂ ਜਿਉਂਦੇ ਪਰਮੇਸ਼ਰ ਉੱਤੇ ਆਸ ਲਾਈ ਹੋਈ ਹੈ, ਜਿਹੜਾ ਸਾਰਿਆਂ ਮਨੁੱਖਾਂ ਦਾ ਪਰ ਖਾਸ ਕਰਕੇ ਨੀਚਾਵਾਨਾਂ ਦਾ ਮੁਕਤੀ ਦਾਤਾ ਹੈ। ਆਮੀਨ। ਇਹ ਵਚਨ ਸੱਤ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ। ਉਹਨੇ ਆਉਣਾ ਆ, ਡੈਫੀਨੇਟਲੀ ਹਿਸਾਬ ਕਿਤਾਬ ਕਰਨ ਆਉਣਾ ਆ। ਉਹਨੇ ਸੱਜੇ ਤੇ ਖੱਬੇ ਖਿਲਾਰਨੇ ਆ, ਪਰ ਉਹਨੇ ਆਪਣੇ ਵਚਨ ਦੇ ਅਨੁਸਾਰ ਖਿਲਾਰਨੇ ਆ ਕਿ ਜਿਹੜਾ ਉਹਦੇ ਵਚਨ ਦੇ ਅਨੁਸਾਰ ਚੱਲਿਆ ਹੋਏਗਾ ਉਹ ਸੱਜੇ ਖਲੋਏਗਾ ਔਰ ਜਿਹੜਾ ਨਹੀਂ ਉਹ ਖੱਬੇ ਖਲੋਏਗਾ। ਪਰਮੇਸ਼ਰ ਦਾ ਵਚਨ ਸੱਤ ਹੈ। ਇਸੇ ਦੇ ਅਨੁਸਾਰ ਇਸੇ ਨਿਮਿਤ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ। 10ਵੀਂ ਆਇਤ ਵਿੱਚ ਲਿਖਿਆ ਹੈ, ਇਸ ਲਈ ਜੋ ਅਸਾਂ ਜਿਉਂਦੇ ਪਰਮੇਸ਼ਰ ਉੱਤੇ ਆਸ ਲਾਈ ਹੋਈ ਹੈ। ਹਾਲੇਲੂਇਆ। ਸਾਡੀ ਆਸ ਕਿਹਦੇ ਉੱਤੇ ਆ? ਜ਼ਿੰਦਾ ਖੁਦਾ ਤੇ, ਜਿਹੜਾ ਜ਼ਿੰਦਾ ਰੱਖਦਾ ਆ, ਜਿਹੜਾ ਮਰਨ ਨਹੀਂ ਦਿੰਦਾ, ਜਿਹੜਾ ਡਿੱਗਣ ਨਹੀਂ ਦਿੰਦਾ, ਜਿਹੜਾ ਸਾਡਾ ਹੱਥ ਕਦੀ ਨਹੀਂ ਛੱਡਦਾ। ਉਹ ਸਾਡੀ ਢਾਲ ਆ, ਉਹ ਸਾਡੀ ਫਰੀ ਹੈ, ਉਹ ਸਾਡਾ ਬਚਾਓ ਹੈ, ਉਹ ਸਾਡੀ ਪਨਾਹਗਾਹ ਹੈ, ਉਹ ਸਾਡਾ ਉੱਚਾ ਗੜ੍ਹ ਹੈ। ਇਹ ਸਾਨੂੰ ਤਦ ਪਤਾ ਲੱਗੇਗਾ ਜੇ ਮੈਂ ਵਚਨ ਨੂੰ ਪੜਾਂਗਾ, ਉਹਨੂੰ ਜੀਆਂਗਾ ਔਰ ਉਹਨੂੰ ਮੈਂ ਕਲੇਮ ਕਰਾਂਗਾ ਔਰ ਯਿਸੂ ਮਸੀਹ ਉਸ ਵਚਨ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਪੂਰਾ ਕਰਨਗੇ। ਤਦ ਜਦ ਮੈਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰਾਂਗਾ। ਆਮੀਨ। ਖੁਦਾ ਦਾ ਵਚਨ ਦੱਸਦਾ ਹੈ, ਜਦੋਂ ਅਸੀਂ ਵਚਨ ਵਿੱਚ ਪੜ੍ਹਦੇ ਹਾਂ, ਪਹਿਲੇ ਦੂਜਾ ਪਤਰਸ 3 ਬਾਬ ਉਹਦੀ 10 ਐਤ ਵਿੱਚ ਲਿਖਿਆ ਹੈ,
ਦੂਜਾ ਪਤਰਸ 3 ਬਾਬ ਉਹਦੀ 10 ਐਤ ਵਿੱਚ ਮੇਰੇ ਪਰਮੇਸ਼ਰ ਨੇ ਲਿਖਿਆ ਹੈ, ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ, ਜਿਹਦੇ ਵਿੱਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਹਨਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ। ਜਦੋਂ ਇਹ ਸਭੇ ਵਸਤਾਂ ਇਉਂ ਟਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚਲਨ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ ਹੈ। ਜੇ ਇਹ ਸਾਰੀਆਂ ਜਿਹੜੀਆਂ ਨਾਸ਼ਵਾਨ ਚੀਜ਼ਾਂ ਨੇ, ਜੇ ਇਹ ਖਤਮ ਹੋ ਜਾਣੀਆਂ ਆ ਤੇ ਤੁਸੀਂ ਇਹ ਸੋਚੋ ਕਿ ਸਾਡਾ ਜਿਸਮ ਜਾਨ ਤੇ ਰੂਹ ਦਾ ਕੀ ਬਣੇਗਾ। ਹਾਲੇਲੂਇਆ। ਪਰਮੇਸ਼ਰ ਕੀ ਕਹਿ ਰਿਹਾ? ਕਹਿੰਦਾ ਸਾਡਾ ਪਵਿੱਤਰ ਚਾਲ ਚੱਲਣ ਹੋਣਾ ਚਾਹੀਦਾ ਆ। ਸਭ ਤੋਂ ਵੱਧ ਜਿਹੜਾ ਮੇਰਾ ਪਰਮੇਸ਼ਰ ਜਿਹਨੂੰ ਸਭ ਤੋਂ ਵੱਧ ਅਹਿਮੀਅਤ ਦਿੰਦਾ ਆ, ਉਹ ਹੈ ਸਾਡਾ ਪਵਿੱਤਰਤਾ ਦੇ ਵਿੱਚ ਰਹਿਣਾ। ਜਦ ਤੱਕ ਮੈਂ ਪਵਿੱਤਰਤਾ ਦੇ ਵਿੱਚ ਨਹੀਂ ਰਹਿ ਰਿਹਾ, ਮੇਰਾ ਸਿਰਫ ਫੇਸ ਦੇ ਉੱਤੇ ਜਿੱਦਾਂ ਮਰਜ਼ੀ ਤੁਸੀਂ ਗਲੋ ਬਣਾ ਲਓ, ਮੱਥੇ ਤੇ ਲਿਖਾ ਲਓ ਕਿ ਮੈਂ ਮਸੀਹ ਹਾਂ, ਉਹਨੇ ਨਹੀਂ ਜੇ ਸਾਨੂੰ ਬਚਾਉਣਾ ਜਦ ਤੱਕ ਮੇਰੇ ਪਰਮੇਸ਼ਰ ਨੂੰ ਮਸੀਹ ਮੇਰੇ ਅੰਦਰ ਨਾ ਦਿਖਿਆ। ਹਾਲੇਲੂਇਆ। ਜਦ ਮੇਰਾ ਮਸੀਹ ਮੇਰੇ ਖੁਦਾ ਨੂੰ ਮੇਰੇ ਅੰਦਰ ਦਿਖੇਗਾ, ਮੈਂ ਲੋਕਾਂ ਦੇ ਸਾਹਮਣੇ ਆਪਣੇ ਮਸੀਹ ਦਾ ਇਨਕਾਰ ਨਹੀਂ ਕਰਦਾ ਤੇ ਉਹ ਵੀ ਬਾਪ ਦੇ ਸਾਹਮਣੇ ਮੇਰਾ ਇਨਕਾਰ ਨਹੀਂ ਕਰੇਗਾ। ਆਮੀਨ। ਜ਼ਿੰਦਾ ਖੁਦਾ ਕੀ ਕਹਿ ਰਿਹਾ ਹੈ? 12 ਐਤ ਵਿੱਚ ਲਿਖਿਆ ਹੈ, ਅਤੇ ਪਰਮੇਸ਼ਵਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ। ਵੇਟਿੰਗ ਜਿਹੜੀ ਹੈ ਸਾਡੀ, ਅਸੀਂ ਪਰਮੇਸ਼ਵਰ ਉੱਤੇ ਆਸ ਰੱਖੀ ਹੈ, ਜ਼ਿੰਦਾ ਖੁਦਾ ਦੇ ਉੱਤੇ। ਅਸੀਂ ਉਹਦੇ ਵੱਲੋਂ ਉਡੀਕਣਾ ਆ, ਉਹਨੇ ਮੁਹੱਈਆ ਕਰਨਾ ਆ, ਉਹਨੇ ਹੀ ਸਾਨੂੰ ਆਪਣੇ ਲਹੂ ਦੇ ਨਾਲ ਧੋ ਕੇ ਬਾਪ ਦੇ ਸਾਹਮਣੇ ਬੇਦਾਗ ਔਰ ਬੇऐਬ ਕਰਕੇ ਖਿਲਾ ਰਿਹਾ ਹੈ। ਆਮੀਨ। ਖੁਦਾ ਕੀ ਕਹਿ ਰਿਹਾ ਹੈ? ਅਤੇ ਪਰਮੇਸ਼ਵਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ, ਜਿਹਦੇ ਕਾਰਨ ਆਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੰਗਰ ਜਾਣਗੀਆਂ। ਪਰ ਉਹਦੇ ਵਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਧਰਮ ਜਾਣੀ ਕਿ ਸੱਚਾਈ ਵਸਦੀ ਹੈ। ਆਮੀਨ। ਜ਼ਿੰਦਾ ਖੁਦਾ ਤੇ ਸਾਨੂੰ ਭਰੋਸਾ ਆ, ਉਹ ਸਾਨੂੰ ਨਾਲ ਲੈ ਕੇ ਜਾਏਗਾ। ਪਰ ਸਾਡੀ ਜ਼ਿੰਦਗੀ ਉਦੋਂ ਸ਼ੁਰੂ ਹੁੰਦੀ ਜੇ ਅਸਲ ਦੇ ਵਿੱਚ ਸਾਡੀ ਅਬਦੀ ਜ਼ਿੰਦਗੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮੈਂ ਪਰਮੇਸ਼ਵਰ ਦੇ ਨਾਲ ਇੱਥੇ ਹੀ ਸਹਿਭਾਗੀਤਾ ਰੱਖਦਾ ਹਾਂ। ਹਾਲੇਲੂਇਆ। ਮੈਂ ਜਿਸਮ ਦੇ ਵਿੱਚ ਵੀ ਖੁਦਾ ਦੇ ਨਾਲ ਰਵਾਂਗਾ ਤੇ ਮੈਂ ਰੂਹ ਦੇ ਵਿੱਚ ਵੀ ਖੁਦਾ ਦੇ ਨਾਲ ਰਵਾਂਗਾ। ਮੈਂ ਇੱਥੇ ਵੀ ਖੁਦਾ ਦੇ ਨਾਲ ਹਾਂ ਤੇ ਮੈਂ ਉੱਥੇ ਵੀ ਪਰਮੇਸ਼ਵਰ ਦੇ ਨਾਲ ਰਵਾਂਗਾ। ਆਮੀਨ। ਇਹ ਖੁਦਾ ਨੇ ਮੈਨੂੰ ਭੇਦ ਦਿੱਤਾ, ਮੇਰੇ ਪਰਮੇਸ਼ਵਰ ਨੇ, ਕਿ ਜਦੋਂ ਮੇਰਾ ਪਰਮੇਸ਼ਵਰ ਇਸ ਹੈਕਲ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਆ, ਮੇਰੀ ਅਬਦੀ ਜ਼ਿੰਦਗੀ ਉਸੇ ਦਿਨ ਤੋਂ ਸ਼ੁਰੂ ਹੋ ਜਾਂਦੀ ਆ ਜਿੱਦਣ ਮੈਂ ਪਵਿੱਤਰਤਾ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਣਾ ਆ। ਔਰ ਮੈਂ ਉਡੀਕਦਾ ਆ ਕਿ ਹੁਣ ਬਸ ਸੰਤ ਪੌਲੁਸ ਜਿੱਦਾਂ ਕਹਿੰਦਾ, ਮੈਂ ਇਸ ਤੰਬੂ ਨੂੰ ਛੱਡਣਾ ਚਾਹੁੰਦਾ ਆ, ਮੈਂ ਇਸ ਜਿਸਮ ਨੂੰ ਛੱਡ ਦੇਵਾਂ। ਮੇਰੀ ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਆ, ਕਿਉਂਕਿ ਇੱਥੇ ਹੀ ਸਾਡੇ ਉੱਤੇ ਪਰਤਾਵੇ ਆਉਣੇ ਆ, ਇੱਥੇ ਹੀ ਸਾਡੇ ਤੇ ਮੁਸੀਬਤਾਂ ਆਉਣੀਆਂ ਜਦ ਤੱਕ ਮੈਂ ਇਸ ਤੰਬੂ ਦੇ ਵਿੱਚ, ਇਸ ਮਿੱਟੀ ਦੇ ਵਿੱਚ ਆ। ਪਰ ਜਦ ਤੱਕ ਮੈਂ ਪਰਮੇਸ਼ਵਰ ਦੇ ਨਾਲ ਆ, ਮੁਸੀਬਤਾਂ ਆਉਣਗੀਆਂ, ਤੂਫਾਨ ਆਉਣਗੇ, ਸਾਡੇ ਨਾਲ ਟਕਰਾਉਣਗੇ ਔਰ ਵਾਪਸ ਮੁੜਨਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਕਿਉਂਕਿ ਇਹ ਕਸ਼ਤੀ ਦੇ ਵਿੱਚ ਕੌਣ ਸਵਾਰ ਆ? ਖੁਦਾਵੰਦ ਜ਼ਿੰਦਾ ਖੁਦਾ ਯਿਸੂ ਮਸੀਹ। ਉਹ ਸੁੱਤਾ ਨਹੀਂ ਹੈਗਾ। ਜਦੋਂ ਚੇਲਿਆਂ ਨੂੰ ਡਰ ਪੈ ਗਿਆ ਸੀ ਨਾ, ਤੇ ਜਾ ਕੇ ਕਹਿੰਦੇ, ਉਸਤਾਦ ਹੇ ਰੱਬੀ ਤੂੰ ਸੌਂ ਗਿਆ ਆ। ਤੇ ਉਹਨੇ ਕੀ ਕਿਹਾ? ਹੇ ਬੇਪਰਤੀਤਿਓ, ਤੁਹਾਡੀ ਪ੍ਰਤੀਤ ਕਿੱਥੇ ਆ? ਤੁਹਾਨੂੰ ਮੈਂ ਅਧਿਕਾਰ ਦਿੱਤਾ ਆ, ਤੁਹਾਨੂੰ ਮੈਂ ਅਖਤਿਆਰ ਦਿੱਤਾ ਆ। ਤੁਸੀਂ ਤੂਫਾਨ ਨੂੰ ਡਾਂਟ ਸਕਦੇ ਜੇ, ਤੁਸੀਂ ਬਿਮਾਰੀ ਨੂੰ ਡਾਂਟ ਸਕਦੇ ਜੇ, ਤੁਸੀਂ ਆਪਣੀਆਂ ਲਾਨਤਾਂ ਨੂੰ, ਸ਼ਰਾਪਾਂ ਨੂੰ ਡਾਂਟ ਸਕਦੇ ਜੇ। ਉਹਨਾਂ ਨੂੰ ਇਸਤੇਮਾਲ ਕਰੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਉਹ ਦਫਾ ਤੇ ਦੂਰ ਹੋਣਗੀਆਂ। ਆਮੀਨ। ਆਮੀਨ। ਖੁਦਾ ਕੀ ਕਹਿ ਰਿਹਾ ਹੈ? ਇਸ ਲਈ ਹੇ ਪਿਆਰਿਓ, 14 ਐਤ ਵਿੱਚ, ਜਦੋਂ ਤੁਸੀਂ ਇਹਨਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਯਤਨ ਕਰੋ ਬਈ ਤੁਸੀਂ ਸ਼ਾਂਤੀ ਨਾਲ ਉਹਦੇ ਅੱਗੇ ਨਿਰਮਲ ਅਤੇ ਨਿਸ਼ਕਲੰਕ ਠਹਿਰੋ। ਆਮੀਨ। ਕਿੱਦਾਂ ਅਸੀਂ ਨਿਰਮਲ ਤੇ ਨਿਸ਼ਕਲੰਕ ਠਹਿਰਾਂਗੇ? ਕਿੱਦਾਂ ਅਸੀਂ ਪਵਿੱਤਰ ਤੇ ਬੇਦਾਗ ਉਹਦੇ ਸਾਹਮਣੇ ਖਲੋਵਾਂਗੇ? ਜਦੋਂ ਮੈਂ ਪਵਿੱਤਰਤਾ ਦੇ ਵਿੱਚ ਚੱਲਦਾ ਰਵਾਂਗਾ ਔਰ ਮਸੀਹ ਦਾ ਲਹੂ ਮੈਨੂੰ ਸਾਫ਼ ਕਰਕੇ ਧੋ ਕੇ ਉਹਦੇ ਕਾਬਿਲ ਕਰੇਗਾ, ਕਾਮਿਲ ਕਰੇਗਾ ਔਰ ਖੁਦਾ ਪਾਕ ਨੂੰ ਮੈਨੂੰ ਕਾਇਮ ਰੱਖੇਗਾ, ਤਾਂ ਕਿ ਜਦੋਂ ਜਿੰਦਾ ਪਰਮੇਸ਼ਰ ਆਵੇ ਉਸ ਦਿਨ ਦੇ ਲਈ ਔਰ ਮੈਂ ਉਸ ਦੇ ਸਾਹਮਣੇ ਬੇਕਸੂਰ ਠਹਿਰਾਂਗਾ। ਆਮੀਨ। ਔਰ ਇੰਤਜ਼ਾਰ ਕਰੋ, ਪਰ ਯਤਨ ਵੀ ਕਰਨਾ ਆ, ਕੋਸ਼ਿਸ਼ ਕਰਨੀ ਹੈ ਅਸੀਂ ਪਰਫੈਕਸ਼ਨ ਦੇ ਵੱਲ ਵੱਧਦੇ ਜਾਈਏ। ਕੋਈ ਚੀਜ਼ ਸਾਡਾ ਉਹ ਮੁਕਟ ਚੋਰੀ ਨਾ ਕਰ ਲਏ,
कोई लालच, कोई लोभ, कोई व्यभिचार, कोई बेईमानी, कोई झूठ मेरे उस मुकुट ਨੂੰ ਚੋਰੀ ਨਾ ਕਰ ਲੇ। ਇਹ ਨਾ ਹੋਏ ਕਿ ਮੇਰੀਆਂ ਕੁੱਪੀਆਂ ਦੇ ਵਿੱਚੋਂ ਤੇਲ ਖਤਮ ਹੋ ਜੇ ਔਰ ਮੇਰਾ ਮਸੀਹ ਮੇਰੇ ਸਾਹਮਣੇ ਆ ਜੇ, ਦੁੱਲਾ ਆ ਗਿਆ ਜੀ, ਹਾਲੇਲੂਇਆ। ਫਿਰ ਰੌਲਾ ਪੈ ਜਾਣਾ, ਫਿਰ ਤੁਸੀਂ ਪਾਸਟਰਾਂ ਨੂੰ ਲੱਭਣਾ ਆ ਕਿ ਕੋਈ ਪਾਸਟਰ ਮਿਲ ਜੇ ਜਾਂ ਕੋਈ ਹੋਰ ਬੰਦਾ ਮਿਲ ਜੇ ਜਿਹੜਾ ਮੈਨੂੰ ਬਚਾ ਲਵੇ। ਪਰ ਮਸੀਹ ਯਿਸੂ ਮਸੀਹ ਨੇ ਕਹਿਣਾ ਆ, ਮੈਂ ਤੁਹਾਨੂੰ ਨਹੀਂ ਜਾਣਦਾ। ਹਾਲੇਲੂਇਆ। ਆਪਣਾ ਤੇਲ ਖਤਮ ਨਹੀਂ ਹੋਣ ਦਿਓ, ਆਪਣਾ ਤੇਲ ਬਲਕਿ ਨਾਲ ਲੈ ਕੇ ਚੱਲੋ, ਐਕਸਟਰਾ ਲੈ ਕੇ ਚੱਲੋ। ਹਾਲੇਲੂਇਆ। ਤਾਂ ਕਿ ਜੇ ਉਡੀਕ ਹੋਰ ਵੱਧ ਜਾਂਦੀ ਹੈ ਤਾਂ ਵੀ ਕੋਈ ਟੈਨਸ਼ਨ ਨਹੀਂ ਹੋਏਗੀ, ਕਿਉਂਕਿ ਮੇਰੇ ਕੋਲ ਐਕਸਟਰਾ ਤੇਲ ਪਿਆ ਹੋਏਗਾ। ਆਮੀਨ। ਕਿਉਂਕਿ ਜਦੋਂ ਫੌਜ ਵੀ ਲੜਨ ਜਾਂਦੀ ਹੈ ਨਾ, ਤੇ ਫੌਜ ਜਿਹੜੀ ਆ ਸਭ ਤੋਂ ਪਹਿਲਾਂ ਆਪਣੇ ਖਾਣ ਦਾ ਤੇ ਆਪਣੇ ਪੀਣ ਦਾ ਔਰ ਨਾਲ ਜਿਹੜਾ ਗੱਡੀਆਂ ਦਾ ਤੇਲ, ਅਮਨੀਸ਼ਨ ਨਾਲ ਜਿਹੜਾ ਐਕਸਟਰਾ ਲੈ ਕੇ ਜਾਂਦੇ ਆ। ਹਾਲੇਲੂਇਆ। ਔਰ ਦੂਜੀ ਫੌਜ ਦਾ ਸਭ ਤੋਂ ਵੱਡਾ ਜਿਹੜਾ ਅਟੈਕ ਹੁੰਦਾ ਆ, ਉਹਨਾਂ ਦਾ ਬੈਕਅਪ ਜਿਹੜੀ ਆ, ਜਾਣੀ ਕਿ ਆਰਮੀ ਨੂੰ ਜਿਹੜਾ ਉਹਨਾਂ ਦਾ ਖਾਣਾ ਰੋਕ ਦੋ, ਉਹਨਾਂ ਦਾ ਅਮਨੀਸ਼ਨ ਸਪਲਾਈ ਨਾ ਹੋਵੇ, ਤਾਂ ਕਿ ਉਹਨਾਂ ਦੀ ਜਿਹੜੀ ਲੜਾਈ ਹੈ ਥੋੜਾ ਟਾਈਮ ਦੇ ਵਿੱਚ ਹੀ ਖਤਮ ਹੋ ਜਾਣ, ਉਹਨਾਂ ਨੂੰ ਅਸੀਂ ਖਤਮ ਕਰ ਸਕੀਏ। ਹਾਲੇਲੂਇਆ। ਇਹ ਮੈਂ ਤੁਹਾਨੂੰ ਦੱਸਣਾ ਕਿਉਂਕਿ ਮਿਲਟਰੀ ਸਕੂਲ ਦੇ ਵਿੱਚ ਸਾਨੂੰ ਸਿਖਾ ਲਿਆ ਗਿਆ ਸੀਗਾ, ਸਭ ਤੋਂ ਪਹਿਲਾਂ ਦੁਸ਼ਮਣ ਨੇ ਤੁਹਾਡੀ ਜਿਹੜੀ ਆ ਸਪਲਾਈ ਲਾਈਨ ਜਿਹੜੀ ਆ ਉਹ ਖਤਮ ਕਰਨ ਦੀ ਕੋਸ਼ਿਸ਼ ਕਰਨੀ ਆ। ਔਰ ਮਸੀਹ ਦੀ ਸਪਲਾਈ ਲਾਈਨ ਜਿਹੜੀ ਆ ਉਹ ਮਸੀਹ ਦਾ ਵਚਨ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਦੁਸ਼ਮਣ ਤੁਹਾਡੀ ਸਪਲਾਈ ਲਾਈਨ ਨੂੰ, ਜਿੱਥੋਂ ਤੁਹਾਨੂੰ ਖਾਣਾ ਮਿਲਦਾ ਆ, ਜਿੱਥੇ ਤੁਹਾਨੂੰ ਪੀਣਾ ਮਿਲਦਾ ਆ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ, ਡਿਸਕਨੈਕਟ ਕਰਨ ਦੀ ਕੋਸ਼ਿਸ਼ ਕਰੇਗਾ। ਤੁਹਾਡਾ ਤੇਲ ਮੁੱਕਣ ਦਊਗਾ, ਉਹ ਤੁਹਾਨੂੰ ਬਾਰ-ਬਾਰ ਉਹਨਾਂ ਚੀਜ਼ਾਂ ਦੇ ਵਿੱਚ ਲਾਈ ਰੱਖੇਗਾ ਜਿਹਦੇ ਨਾਲ ਤੁਹਾਨੂੰ ਚੇਤਾ ਭੁੱਲ ਜੇ ਕਿ ਤੁਸੀਂ ਤੇਲ ਨੂੰ ਦੁਬਾਰਾ ਵੀ ਭਰਨਾ ਹੈ। ਹਾਲੇਲੂਇਆ। ਉਹ ਤੁਹਾਡੀ ਤਿਆਰੀ ਨੂੰ ਅਧੂਰਾ ਰਹਿਣ ਦੇਗਾ। ਅੱਜ ਮੇਰਾ ਪਰਮੇਸ਼ਰ ਤੁਹਾਡੀ ਤਿਆਰੀ ਪੂਰੀ ਕਰੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਹਰ ਤਰ੍ਹਾਂ ਦੀ ਢਿੱਲ ਤੁਹਾਡੇ ਵਿੱਚੋਂ ਖਤਮ ਹੋਵੇ, ਹਰ ਤਰ੍ਹਾਂ ਦਾ ਜਿਸਮਾਨੀ ਰੂਹਾਨੀ ਆਲਸਪਣ ਖਤਮ ਹੋ ਜਾਏ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੇਰਾ ਖੁਦਾ ਅੱਜ ਆਵੇ ਤੇ ਸਾਨੂੰ ਪੂਰਾ ਤਿਆਰ ਬਰ ਤਿਆਰ ਪਾਵੇ। ਆਮੀਨ, ਆਮੀਨ। ਪਰ ਸਾਨੂੰ ਢਿੱਲ ਕਿੱਦਾਂ ਮਿਲਦੀ ਆ, ਕਿੱਦਾਂ ਅਸੀਂ ਢਿੱਲੇ ਹੋ ਜਾਂਦੇ ਆ? ਜਦੋਂ ਅਸੀਂ ਓਵਰ ਕੌਨਫੀਡੈਂਸ ਹੋ ਜਾਂਦੇ ਆ, ਜਦੋਂ ਅਸੀਂ ਕਹਿੰਦੇ ਮੈਂ ਪਾਸਟਰ ਦਾ ਮੁੰਡਾ ਆ, ਮੈਂ ਪਾਸਟਰ ਦੀ ਵਾਈਫ ਆ, ਜਾਂ ਮੈਂ ਪਾਸਟਰ ਆ, ਮੈਂ ਖੁਦਾ ਦਾ ਕੰਮ ਕਿੰਨਾ ਕਰਦਾ ਆ, ਮੈਂ ਕਿੰਨੇ ਚੰਗੇ ਕੰਮ ਕਰਦਾ ਆ, ਉਦੋਂ ਅਸੀਂ ਢਿੱਲੇ ਹੋ ਜਾਂਦੇ ਆ। ਹਾਲੇਲੂਇਆ। ਅਸੀਂ ਆਪਣੀ ਪੂਰੀ ਤਿਆਰੀ ਦੇ ਨਾਲ ਰਹਿਣਾ ਆ, ਯਤਨ ਕਰਨਾ ਆ ਕਿ ਮੇਰਾ ਖੁਦਾ ਅੱਜ ਆ ਜਾਂਦਾ ਤੇ ਮੈਂ ਅੱਜ ਹੀ ਆਪਣੇ ਪਰਮੇਸ਼ਰ ਦੇ ਨਾਲ ਉੱਡਣ ਖਟੋਲੇ ਦੇ ਵਿੱਚ ਚੱਲ ਜਾਣਾ ਹੈ। ਉਹ ਬੱਦਲਾਂ ਤੇ ਆਵੇਗਾ ਤੇ ਮੈਨੂੰ ਨਾਲ ਲੈ ਕੇ ਜਾਵੇਗਾ। ਇਹ ਸਾਡੀ ਤਿਆਰੀ 24 ਆਵਰਸ ਪੂਰੀ ਹੋਣੀ ਚਾਹੀਦੀ ਹੈ। ਇਹ ਨਹੀਂ ਚੱਲ ਮੈਂ ਅਗਲੇ ਹਫਤੇ ਬਪਤਿਸਮਾ ਲੈ ਲਾਂਗਾ, ਚੱਲ ਕੋਈ ਗੱਲ ਨਹੀਂ, ਜਿੱਥੇ ਇੰਨਾ ਕੱਢਿਆ ਹੋਰ ਹਫਤਾ ਸਹੀ, ਹੋਰ ਮਹੀਨਾ ਸਹੀ। ਇਹ ਸਾਰੇ ਐਕਸਕਿਊਜ਼ ਜਿਹੜੇ ਆ ਤੁਹਾਡੇ ਤਰੇ ਦੇ ਤਰੇ ਰਹਿ ਜਾਣੇ ਆ। ਹਾਲੇਲੂਇਆ। ਪਰਮੇਸ਼ਵਰ ਕੀ ਚਾਹ ਰਿਹਾ ਹੈ? ਅਸੀਂ ਇਸ ਇੱਥੋਂ ਹੀ ਪੜਾਂਗੇ, ਪਹਿਲਾ ਪਤਰਸ ਉਹਦਾ 1 ਬਾਬ ਉਹਦੀ 13 ਆਇਤ ਵਿੱਚੋਂ। ਹਾਂਜੀ। ਇਸ ਲਈ ਤੁਸੀਂ ਆਪਣੀ ਬੁੱਧ ਦਾ ਲੱਕ ਬਨ ਕੇ ਸੁਚੇਤ ਰਹੋ। ਕਿਹਦਾ? ਬੁੱਧ ਦਾ। ਸਮਝ ਤੇ ਬੁੱਧ ਜਿਹੜੀ ਪਰਮੇਸ਼ਵਰ ਵੱਲੋਂ ਆ, ਉਹਦਾ ਲੱਕ ਬੰਨਣਾ, ਜਾਣ ਕਿ ਇੱਥੋਂ ਆਪਣੀ ਬੁੱਧ ਨੂੰ ਜਿਹੜਾ ਆ ਸੁਚੇਤ ਰਹਿਣਾ, ਜਾਗਦੇ ਰਹੋ, ਤਾਂ ਕਿ ਤੁਹਾਡਾ ਤੇ ਸਾਡਾ, ਮੇਰਾ ਪਰਮੇਸ਼ਵਰ ਸਾਡੇ ਉੱਤੇ ਆਪਣੇ ਆਪ ਨੂੰ ਜ਼ਾਹਿਰ ਕਰ ਸਕੇ। ਆਮੀਨ। ਅਤੇ ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪ੍ਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ। ਆਮੀਨ। ਔਰ ਅਸੀਂ ਜਾਗਦੇ ਰਹਿਣਾ ਆ, ਸੌਂ ਨਹੀਂ ਜਾਣਾ। ਐਤਵਾਰ ਦੇ ਐਤਵਾਰ ਨਾ ਉੱਠਿਆ ਕਰੋ, ਹਰ ਰੋਜ਼ ਉੱਠੋ, ਆਪਣੀ ਲੜਾਈ ਲੜੋ, ਆਪਣੀ ਸਲੀਬ ਚੱਕੋ। ਔਰ ਮੇਰਾ ਪਰਮੇਸ਼ਰ ਕਹਿੰਦਾ ਆਪਣੀ ਸਲੀਬ ਚੱਕ ਤੇ ਮੇਰੇ ਪਿੱਛੇ ਚੱਲ। ਔਰ ਅਸੀਂ ਆਪਣੀ ਸਲੀਬ ਨੂੰ, ਜਾਣੀ ਕਿ ਆਪਣੀ ਕਾਲਿੰਗ ਨੂੰ ਚੱਕਣਾ ਆ, ਆਪਣੀ ਕਾਲਿੰਗ ਨੂੰ ਪਹਿਚਾਨਣਾ ਆ। ਪਰ ਤਦ ਪਹਿਚਾਨਾਂਗੇ ਜੇ ਮੇਰੇ ਤੇ ਖੁਦਾ ਦਾ ਪ੍ਰਕਾਸ਼ ਦਾ ਆਤਮਾ ਮੇਰੇ ਉੱਤੇ ਕੰਮ ਕਰਦਾ ਹੋਏਗਾ। ਮੈਂ ਆਪਣੀ ਕਾਲਿੰਗ ਨੂੰ ਜਾਣ ਸਕਦਾ ਆ, ਪਹਿਚਾਨ ਸਕਦਾ ਆ। ਮੇਰੇ ਪਰਮੇਸ਼ਰ ਨੇ ਸਾਨੂੰ ਦੱਸਿਆ ਆ, ਇਹ ਸਾਨੂੰ ਜ਼ਰੀਆ ਦਿੱਤਾ ਆ, ਖੁਦਾ ਪਾਕ ਨੂੰ ਸਾਨੂੰ ਦਿੱਤਾ ਆ, ਸਾਡਾ ਸਹਾਇਕ ਜਿਹੜਾ ਮੇਰੇ ਪਰਮੇਸ਼ਰ ਦੇ ਪਿਤਾ ਨੂੰ ਸਾਡੇ ਉੱਤੇ ਜ਼ਾਹਿਰ ਕਰਦਾ ਆ। ਹਾਲੇਲੂਇਆ। ਔਰ ਪਰਮੇਸ਼ਰ ਦਾ ਵਚਨ ਕਹਿ ਰਿਹਾ ਹੈ, ਇਸ ਲਈ ਤੁਸੀਂ ਆਪਣੀ ਬੁੱਧ ਦਾ ਲੱਕ ਬਨ ਕੇ ਸੁਚੇਤ ਰਹੋ, ਜਾਗਦੇ ਰਹੋ, ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਮਸੀਹ ਦੇ ਪ੍ਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਔਰ ਸਾਡੇ ਉੱਤੇ ਆਉਣ ਵਾਲੀ ਹੈ। ਅਤੇ ਆਗਿਆਕਾਰ ਬੱਚਿਆਂ ਵਾਂਗੂ ਆਪਣੀ ਅਗਿਆਨਤਾ ਦੇ ਕਾਰਨ ਖੁਦਾ ਦੇ ਬੱਚੇ ਮਰਦੇ ਪਏ ਨੇ। ਅੱਜ ਟਿਕਟੌਕ ਤੇ ਲੱਗੇ ਨੇ, ਫੇਸਬੁੱਕ ਤੇ ਲੱਗੇ ਨੇ, ਯੂਟਿਊਬਾਂ ਤੇ ਲੱਗੇ ਨੇ, ਵਿਭਾਚਾਰ ਦੇ ਵਿੱਚ ਪਏ ਹੋਏ ਨੇ। ਮਸੀਹ ਭੈਣਾਂ ਤੇ ਭਰਾ ਗਲਤ ਰਿਸ਼ਤੇ ਬਣਾ ਕੇ ਬੈਠੇ ਹੋਏ ਨੇ।
ਚਰਚਾਂ ਦੇ ਵਿੱਚ ਪਾਪ ਕਰਦੇ ਪਏ ਨੇ। ਹਾਲੇਲੂਇਆ। ਪਰਮੇਸ਼ਰ ਕੀ ਕਹਿ ਰਿਹਾ ਆ, ਅਤੇ ਆਗਿਆਕਾਰ ਬੱਚਿਆਂ ਵਾਂਗੂ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ। ਜਦੋਂ ਅਸੀਂ ਖੁਦਾ ਤੋਂ ਦੂਰ ਸੀਗੇ ਤੇ ਤਦ ਤੇ ਸਾਨੂੰ ਪਾਪ ਜਿਹੜੇ ਸੀਗੇ ਉਹ ਖੁਦਾ ਮਾਫ ਕਰ ਸਕਦਾ, ਕਿਉਂਕਿ ਅਸੀਂ ਅਗਿਆਨਤਾ ਦੀ, ਜਿਹਦਾ ਸੰਤ ਪੌਲਸ ਕਹਿੰਦਾ ਮੈਂ ਅਗਿਆਨਤਾ ਦੇ ਕਾਰਨ ਖੁਦਾ ਦੇ ਖਿਲਾਫ ਚੱਲਿਆ। ਪਰ ਜੇ ਅੱਜ ਤੁਹਾਨੂੰ ਗਿਆਨ ਮਿਲ ਚੁੱਕਾ ਆ, ਜੇ ਅੱਜ ਤੁਹਾਨੂੰ ਖੁਦਾ ਦਾ ਵਚਨ ਮਿਲ ਚੁੱਕਾ ਆ, ਫਿਰ ਸਾਡੇ ਕੋਲ ਕੋਈ ਬਹਾਨਾ ਨਹੀਂ ਹੈ ਕਿ ਮੈਨੂੰ ਪਤਾ ਨਹੀਂ ਸੀ ਹੈਗਾ। ਹਾਲੇਲੂਇਆ। ਜਿੰਨਾ ਚਿਰ ਤੁਸੀਂ ਆਪਣਾ ਪਾਪ, ਆਪਣੀ ਲੜਾਈ ਨੂੰ ਛੁਪਾਓਗੇ ਦੁਨੀਆ ਦੇ ਤੋਂ, ਓਨੀ ਦੇਰ ਤੱਕ ਤੁਹਾਡੇ ਨਾਲ ਕੋਈ ਦਵਾ ਦੇ ਵਿੱਚ ਖੜ ਨਹੀਂ ਸਕੇਗਾ। ਹਾਲੇਲੂਇਆ। ਤੁਸੀਂ ਦੱਸੋ, ਆਪਣੇ ਪਾਸਟਰਸ ਨੂੰ ਦੱਸੋ ਕਿ ਤੁਹਾਡੀ ਲੜਾਈ ਕੀ ਆ, ਤਾਂ ਕਿ ਤੁਹਾਡੇ ਨਾਲ ਦਵਾ 'ਚ ਖਲੋ ਜਾਣ। ਔਰ ਪਾਸਟਰ ਵੀ, ਉਹ ਜਿਨ੍ਹਾਂ ਦੇ ਭੇਤ ਤੁਹਾਨੂੰ ਪਤਾ ਆ, ਉਹਨਾਂ ਨੂੰ ਗੁਪਤ ਵਿੱਚ ਰੱਖੋ। ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈ। ਗੁਪਤ ਵਿੱਚ ਤੁਸੀਂ ਆਪਣੇ ਭੈਣਾਂ ਤੇ ਭਰਾਵਾਂ ਦੇ ਨਾਲ ਖਲੋਣਾ ਆ। ਉਹਨਾਂ ਦੇ ਤੁਸੀਂ ਜ਼ਾਹਿਰ ਨਹੀਂ ਕਰਨੇ ਲੋਕਾਂ ਦੇ ਉੱਤੇ ਕਿ ਇਹਦਾ ਪਾਪ ਆ, ਤਾਂ ਕਿ ਉਹ ਸ਼ਰਮਸਾਰ ਨਾ ਹੋਣ, ਬਲਕਿ ਦਲੇਰੀ ਦੇ ਨਾਲ ਪਰਮੇਸ਼ਰ ਦੀ ਗਵਾਹੀ ਖੁਦ ਦੇਣ ਜੇ ਉਹ ਦੇਣਾ ਚਾਹੁਣ ਤੇ। ਹਾਲੇਲੂਇਆ। ਪਰਮੇਸ਼ਰ ਕੀ ਕਹਿ ਰਿਹਾ ਆ, ਕਹਿੰਦਾ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ। ਅਸੀਂ ਪਹਿਲੇ ਵਰਗੇ ਨਹੀਂ ਬਣਨਾ। ਪੁਰਾਣੇ ਕੱਪੜੇ ਖੁਦਾ ਕਹਿੰਦਾ ਲਾ ਛੱਡ, ਪੁਰਾਣੀ ਇਨਸਾਨੀਅਤ ਨੂੰ ਖਤਮ ਕਰ, ਮੈਨੂੰ ਪਹਿਨ ਲੈ, ਪ੍ਰਭੂ ਯਿਸੂ ਮਸੀਹ ਕਹਿ ਰਿਹਾ। ਹਾਲੇਲੂਇਆ। ਮੈਂ ਦੁਬਾਰਾ ਪੜਾਂਗਾ 15 ਆਇਤ ਵਿੱਚ। ਹਾਂਜੀ ਪੜ੍ਹ ਦੋ। ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਆਮੀਨ। ਜਿੱਦਾਂ ਮੇਰਾ ਪਰਮੇਸ਼ਵਰ ਪਵਿੱਤਰ ਹੈ ਤੇ ਮੈਂ ਵੀ ਸਾਰੀ ਚਾਲ, ਜਾਣੀ ਕਿ ਹਰ ਕੰਮ ਦੇ ਵਿੱਚ ਮੇਰਾ ਬੋਲਣਾ ਪਵਿੱਤਰ ਹੋਏ, ਮੇਰਾ ਦੇਖਣਾ ਪਵਿੱਤਰ ਹੋਏ, ਮੇਰਾ ਸੁਣਨਾ ਪਵਿੱਤਰ ਹੋਏ, ਮੇਰਾ ਕਰਨਾ ਪਵਿੱਤਰ ਹੋਏ, ਮੇਰਾ ਚੱਲਣਾ ਪਵਿੱਤਰ ਹੋਏ। ਸਾਰੀਆਂ ਚਾਲਾਂ ਦੇ ਵਿੱਚ ਮਸੀਹ ਯਿਸੂ ਮਸੀਹ ਦੇ ਵਾਂਗੂ ਅਸੀਂ ਪਵਿੱਤਰ ਬਣਨਾ ਹੈ। ਆਮੀਨ। ਔਰ ਪਰਮੇਸ਼ਰ ਦੱਸਦਾ ਹੈ, ਜਦੋਂ ਅਸੀਂ ਦੂਜਾ ਪਤਰਸ ਵਿੱਚ ਦੁਬਾਰਾ ਪੜ੍ਹਦੇ ਹਾਂ, ਉਹਦੀ 3 ਐਤ ਵਿੱਚ ਪੜਾਂਗੇ। 3 ਬਾਪ ਉਹਦੀ 3 ਐਤ। ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੀਆਂ ਕਾਮਨਾ ਦੇ ਅਨੁਸਾਰ ਚੱਲਣਗੇ। ਆਮੀਨ। ਕਿਉਂਕਿ ਸਾਨੂੰ ਪਤਾ ਆ ਕਿ ਜਿਨ੍ਹਾਂ ਨੇ ਠੱਠਾ ਪਸੰਦ ਆ, ਉਹਨਾਂ ਨੂੰ ਠੱਠਾ ਕਰਨ ਵਾਲੇ ਲੋਕ, ਜਿਹੜਾ ਦੂਜਿਆਂ ਦਾ ਮਜ਼ਾਕ ਬਣਾਉਂਦੇ ਆ, ਦੂਜਿਆਂ ਦਾ ਮਜ਼ਾਕ ਉਡਾਉਂਦੇ ਆ, ਉਹਨਾਂ ਨੂੰ ਉੱਦਾਂ ਦੇ ਲੋਕ ਪਸੰਦ ਨੇ। ਉਹ ਠੱਠਾ ਕਰਦੇ ਰਹਿਣਗੇ। ਜਿਨ੍ਹਾਂ ਨੂੰ ਸ਼ਰਾਬ ਪਸੰਦ ਆ, ਉਹਨਾਂ ਨੂੰ ਸ਼ਰਾਬੀ ਪਸੰਦ ਨੇ। ਜਿਨ੍ਹਾਂ ਨੂੰ ਵਿਅਭਿਆਚਾਰ ਪਸੰਦ ਆ, ਉਹਨਾਂ ਨੂੰ ਵਿਅਭਿਆਚਾਰੀ ਪਸੰਦ ਨੇ। ਹਰ ਇੱਕ ਦੀ ਜਿਹੜੀ ਪਸੰਦ ਆ, ਉਸੇ ਮੁਤਾਬਕ ਉਹ ਆਪਣੀ ਸੰਗਤ ਵਿੱਚ ਬੈਠਦਾ ਆ। ਇਸ ਕਰਕੇ ਪਰਮੇਸ਼ਰ ਦੱਸਦਾ ਆਪਣੇ ਵਚਨ ਦੇ ਵਿੱਚ, ਉਹ ਆਪਣੇ ਕਾਮਨਾਵਾਂ ਦੇ ਅਨੁਸਾਰ ਚੱਲਦੇ ਨੇ। ਜਿਹੜੀਆਂ ਉਹਨਾਂ ਦੀਆਂ ਜਿਸਮ ਦੀਆਂ ਕਮਜ਼ੋਰੀਆਂ ਨੇ, ਉਹ ਉਹਨਾਂ ਦੇ ਉੱਤੇ ਹੈਵੀ ਹੋ ਚੁੱਕੀਆਂ ਹੁੰਦੀਆਂ ਨੇ। ਹਾਲੇਲੂਇਆ। ਪਰ ਜਦੋਂ ਅਸੀਂ ਰੂਹ ਦੇ ਵਿੱਚ ਚੱਲਦੇ ਹਾਂ, ਤਾਂ ਅਸੀਂ ਰੂਹ ਦੇ ਨਾਲ ਚੱਲਦੇ ਹਾਂ, ਤੇ ਰੂਹ ਸਾਡੇ ਜਿਸਮ ਉੱਤੇ ਕਬਜ਼ਾ ਕਰਦਾ ਆ। ਤੇ ਰੂਹ ਜਿਹੜਾ ਸਾਨੂੰ, ਸਾਡੇ ਜਿਸਮ ਨੂੰ ਆਪਣੇ ਅਧੀਨ ਵਿੱਚ ਲੈ ਕੇ ਆਉਂਦਾ ਆ, ਆਪਣੇ ਅਨੁਸਾਰ ਉਹਨੂੰ ਢਾਲਦਾ ਆ, ਉਹਨੂੰ ਬਣਾਉਂਦਾ ਆ, ਨਖਾਰਦਾ ਆ, ਤਾੜਦਾ ਆ, ਸੁਧਾਰਦਾ ਆ, ਤਾਂ ਕਿ ਉਹ ਜ਼ਿੰਦਾ ਖੁਦਾ ਦੇ ਵਾਸਤੇ ਇਸਤੇਮਾਲ ਕੀਤਾ ਜਾ ਸਕੇ। ਆਮੀਨ। ਦੀਵਾ ਕਿੱਦਾਂ ਬਣਦਾ ਆ? ਸਿੱਧੀ ਮਿੱਟੀ ਚੱਕ ਕੇ ਉਹਨੂੰ ਦੀਵਾ ਨਹੀਂ ਬਣਾ ਦਿੰਦੇ। ਦੀਵਾ ਨੂੰ ਕਮਿਆਰ ਕੀ ਕਰਦਾ ਆ? ਉਹਨੂੰ ਪਹਿਲਾਂ ਦੀਵੇ ਦੀ ਸ਼ੇਪ ਦਿੰਦਾ ਆ, ਫਿਰ ਉਹਨੂੰ ਕੀ ਕਰਦਾ ਆ? ਫਿਰ ਉਹਨੂੰ ਅੱਗ ਦੇ ਵਿੱਚੋਂ ਦੀ ਕੱਢਦਾ ਆ, ਫਿਰ ਉਹਨੂੰ ਕੀ ਕਰਦਾ ਆ? ਫਿਰ ਉਹਨੂੰ ਪਾਣੀ ਦੇ ਵਿੱਚੋਂ ਦੀ ਕੱਢਦਾ ਆ, ਤਾਂ ਕਿ ਉਹ ਪੱਕ ਕੇ ਔਰ ਚੋਏ ਨਾ। ਉਹਨੂੰ ਪਾਣੀ ਉਹਦੇ ਵਿੱਚ ਪਾਇਆ ਜਾਂਦਾ, ਕਿਤੇ ਲੀਕ ਤੇ ਨਹੀਂ ਕਰਦਾ, ਕਿਤੇ ਇਹ ਨਾ ਹੋਏ ਤੇਲ ਪਾਉਣ ਤੇ ਤੇਲ ਲੀਕ ਕਰ ਜਾਏ। ਉਹਨੂੰ ਹਰ ਪਾਸਿਓਂ ਉਹਨੂੰ ਬਿਲਕੁਲ ਮੁਕੰਮਲ ਕੀਤਾ ਜਾਂਦਾ, ਤੇ ਫਿਰ ਉਹ ਦੀਵਾ ਜਿਹੜਾ ਬਲਣ ਦੇ ਕਾਬਲ ਬਣ ਜਾਂਦਾ ਹੈ। ਹਾਲੇਲੂਇਆ। ਤਾਂ ਕਿ ਜਦੋਂ ਬਲੇ ਤੇ ਇਹ ਨਾ ਹੋਏ ਕਿ ਉਹ ਟੁੱਟ ਜਾਏ ਗਰਮੈਸ਼ ਦੇ ਨਾਲ, ਜਾਂ ਉਹ ਤੇਲ ਉਹਦੇ ਵਿੱਚੋਂ ਲੀਕ ਕਰਨ ਲੱਗ ਪਏ। ਇਸ ਕਰਕੇ ਮੇਰਾ ਪਰਮੇਸ਼ਰ ਵੀ ਸਾਡੀ ਤਿਆਰੀ ਪਹਿਲਾਂ ਮੁਕੰਮਲ ਕਰਾਉਂਦਾ ਆ। ਜਿੱਦਾਂ ਅਸੀਂ ਪੜ੍ਹਿਆ ਸੀਗਾ ਇਸ ਹਫਤੇ ਬੇਅਰਨੈਸ ਦੇ ਵਿੱਚ, ਕਿ ਅੱਗ ਬਚਾਉਣ ਵਾਲਾ ਕੰਮ ਆ, ਅੱਗ ਦੇ ਵਿੱਚੋਂ ਕੱਢਣ ਵਾਲਾ ਕੰਮ ਚਾਹੁੰਦਾ ਖੁਦਾ। ਕਹਿੰਦਾ ਜਦੋਂ ਤੂੰ ਬਚਾਉਣਾ ਆ ਕਿਸੇ ਨੂੰ, ਉਸ ਨੂੰ ਨਰਕ ਦੀ ਅੱਗ ਦੇ ਵਿੱਚੋਂ ਧੂ ਕੇ ਖਿੱਚ ਕੇ ਲੈ ਕੇ ਆਉਣਾ ਆ। ਹਾਲੇਲੂਇਆ। ਜਿੱਦਾਂ ਮੇਰੇ ਮਸੀਹ ਨੇ ਸਾਡੇ ਲਈ ਨਰਕ ਜਿਹੜਾ ਸੀਗਾ ਰੱਖਿਆ ਹੋਇਆ ਸੀ, ਨਰਕ ਦੀ ਅੱਗ ਰੱਖੀ ਹੋਈ ਸੀ,
पर जिंदा परमेश्वर ने अपने पुत्र दे लहू दे नाल उस अग दे विचों सानू कढ के लैके आया, उस पाप दे विचों, उस गुनाह दे विचों, उस सजा दे हेठों सानू कढ के लैके आया आ। अज जदों असीं किस नूं खुशखबरी सुणाउने आ ते असीं ओनू अग दे विचों कढदे आ। हालेलुया। अज जद असीं किसी नूं खुदा दा प्रचार सुणाउने आ ते असीं ओनू अग दे विचों कढ के लैके आउने आ। पर अग दे विचों किहड़ा कढ सकदा आ? जिन्नू उस अग दे विचों कड्ढण दा एक्सपीरियंस होएगा, जिहड़ा अग दे नाल लड़ना सिੱਖਿਆ होएगा, जिहदे उत्ते अग जिहड़ी आ कोई काम नहीं कर सकती हैगी। हालेलुया। जिद्दां फायर फाइटर्स बॉम्बेरस दा मैं तुहानूं दस्सिया सीगा कि बॉम्बेरस जिहड़े आ उन्हां दी पूरी तैयारी कीती जांदी आ। फायर फाइटर्स दी ਉਹ ਫਿਜ਼ੀਕ ਦੇ ਵਿੱਚ ਵੀ ਪੂਰੀ ਤਰ੍ਹਾਂ ਤਿਆਰ ਹੁੰਦੇ ਨੇ ਤਾਂ ਕਿ ਉਹ ਫਿਜ਼ੀਕਲੀ ਜੇ ਕਿਸੇ ਨੂੰ ਚੱਕਣਾ ਵੀ ਪਵੇ ਆਪਣੇ ਉੱਤੇ ਚੱਕ ਕੇ ਵੀ ਉਹਨੂੰ ਅੱਗ ਚੋਂ ਕੱਢਣਾ ਪਏ, ਬਚਾਉਣਾ ਪਏ ਤੇ ਉਹ ਬਚਾਉਣ ਦਾ ਪੂਰੀ ਤਰ੍ਹਾਂ ਮੁਕੰਮਲ ਤਰ੍ਹਾਂ ਤਿਆਰ ਹੁੰਦਾ ਆ। ਹਾਲੇਲੂਇਆ। ਅਸੀਂ ਵੀ ਦੂਜਿਆਂ ਦਾ ਜੇ ਪਾਰ ਚੱਕਣਾ ਆ ਪਹਿਲਾਂ ਆਪਣੀ ਤਿਆਰੀ ਪੂਰੀ ਤਰ੍ਹਾਂ ਕਰਨੀ ਆ ਤਾਂ ਕਿ ਜੇ ਮੈਨੂੰ ਦੂਜੇ ਦਾ ਪਾਰ ਚੱਕਣਾ ਵੀ ਪਏ ਤੇ ਮੇਰੇ 'ਚ ਇੰਨਾ ਕੁ ਜ਼ਿਆਦਾ ਖੁਦਾ ਦਾ ਸਮਰਥ ਹੋਏ, ਉਹਦੇ ਖੁਦਾ ਪਾਕ ਰੂ ਦੀ ਹਜ਼ੂਰੀ ਹੋਏ ਕਿ ਮੈਂ ਦੂਜੇ ਦਾ ਪਾਰ ਚੱਕ ਕੇ ਵੀ ਉਹਨੂੰ ਉਸ ਪਾਪ ਦੇ ਵਿੱਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰਾਂ। ਹਾਲੇਲੂਇਆ। और मैं अग तो किद्दां बचना आ, मैं अग दा सामना किद्दां करना आ, वो फायर फाइटर नूं पहलां सिखा लिया जांदा आ, फिर वो अग बचाउण दे काम आउंदा आ, फिर वो लड़न दे काम आउंदा आ अग दे नाल। इस करके प्रमेरो सब तो पहला जान कि सानू खुद नूं अपनी तैयारी मुकम्मल हर वेले तैयार बर तैयार होवो। जिद्दां बॉम्बेरस तैयार बैठे रहिंदे ने जदों ऑन ड्यूटी हुंदे ने, पता नहीं किहड़े वेले कित्थे फायर वास्ते उन्हां नूं बुला लिया जाना है। हालेलुया। इस तरह साडी ते तुहाडी तैयारी एवरी टाइम एवरी सैकेंड असी तैयार बर तैयार रहना है कि मेरा मसीह होना जे ते मैनू तैयार बर तैयार पावे। हालेलुया। इस करके मुक्ति दा टोप पहन लो, खुशखबरी दी जुत्ती नू पा लवो और मेरा परमेश्वर कहंदा खुदा पाक रू दी तलवार नू चक लवो ताकि मेरा परमेश्वर हुणे आए ते हुणे मेरा परमेश्वर सानू अपने नाल लेके जा सके। आमीन। परमेश्वर की कह रहा, असी की करना, कच्चे कड़े वर्गे नहीं बनना। कच्चा कड़ा किदां हुंदा, उहदे विच गर्म पानी पा दो उस वेले खत्म। हालेलुया। उच ठंडा पानी पा लो तद भी वो खत्म। कच्चा कड़ा किसे मतलब दा नहीं हैगा। असी कच्चे क्रिश्चियन नहीं बनना, असी कच्चे कड़े नहीं बनना जो किसे काम दा नहीं हैगा। देखो नू भावें सोहना लगे, देखो नू भावें लगे कि मुकम्मल आ, पर वो मुकम्मल नहीं हैगा क्योंकि वो अग दे विचों दी नहीं कढ़िया गया, वो मुसीबतां दे विचों नहीं कढ़िया गया, वो परतावे दे विचों नहीं निकलिया, उस दे उत्ते गर्म पानी नहीं सुट्टिया गया, उहदे उत्ते गर्म अग नहीं सुट्टी गई ताकि वो पक सके। हालेलुया। पर असी सेवा ते करना चाहुंदे आ पर अग दे विच नहीं पैना चाहुंदे। असी मसीह दा नाम ते लेना चाहुंदे आ पर सानू लड़ना नहीं चाहुंदे शैतान दे नाल, बीमारियां नाल लड़ना नहीं चाहुंदे। मैं चाहुंदा कि मेरे उत्ते कोई आण के हाथ रख दे ते मैं चंगा हो जावां। मैं अपनी बीमारी नाल आप नहीं लड़ना चाहुंदा, मैं अपनी मुसीबत नाल आप नहीं लड़ना चाहुंदा। मैं चाहुंदा कि मेरी तैयारी दूजा करे। हालेलुया। जे मेरा तुहाडा कोई एग्जाम हुंदा आ ते जदों असी अपना एग्जाम खुद देना आ तद मैं पास होना आ। जे दूजे नूं बिठाल दोगे पैसे लै दे के ते तुसीं ये ना सोचियो कि तुसीं डिग्री ते लै लोगे, क्रिश्चियन ते बन जाओगे, पर मेरे परमेश्वर ने तुहानूं पहचान लेना जी, मैनूं पहचान लेना उन्हें, उहनूं असीं कोई बेवकूफ नहीं बना सकते। हालेलुया। असीं तैयारी अपनी खुद करनी आ, खुद मेहनत करनी आ। नहीं समझ लगती अपने पास्टर्स नूं पुछो, अपने परमेश्वर दे पैणां ते प्रवां नूं पुछो कि मैनूं समझ नहीं लगती पई, मेरी मदद करो, मेरे खुदा दे विच मेरे अगे दुआवां करो ताकि मैं खुदा दे कलाम नूं समझ सकां, इहनूं मैं सिख सकां, इहदे उत्ते चल सकां और इस नूं अगे वंड सकां। आमीन। अपनी तैयारी पूरी करो, पूरे तैयार बर तैयार बैठना है कि अज जे जिदा हुण इस टाइम पूरी दी पूरी इंडिया और चाइना की फौज एक दूजे नाल लड़न लई तैयार बर तैयार बैठी आ, पर वो एक वेले नहीं बहती, वो हमेशा बैठती है ताकि जिद्दों गौरमेंट कवे अटैक ते अटैक करने लई उस वेले बिल्कुल तैयार बर तैयार बैठे होण। हालेलुया। परमेश्वर चाहुंदा है कि साडी तैयारी मुकम्मल होवे। परमेश्वर चाहुंदा है कि असीं जतन करदे रहना है, असीं परफेक्शन वाल वधदे जाना है, असीं जिंदा खुदा दे जिंदा कलाम नूं अगे लैके चलना है। हालेलुया। असीं रोमन्स दे विचों पढ़ांगे, रोमिया उहदी 13 बाब उहदी 11 आयत विच पढ़ांगे। हालेलुया। खुदा पाक खुदा सानूं होर ज़्यादा सिखाल मेरे परमेश्वर
ਤਾਂ ਕਿ ਅਸੀਂ ਹੋਰ ਜ਼ਿਆਦਾ ਉਹਦੇ ਉੱਤੇ ਚੱਲ ਸਕੀਏ ਔਰ ਅੱਗੇ ਬਣ ਸਕੀਏ। ਆਮੀਨ। ਹਾਂਜੀ। ਅਤੇ ਤੁਸੀਂ ਸਮਾਂ ਜਾਣਦੇ ਹੋ ਜੋ ਹੁਣ ਨੀਂਦਰ ਤੋਂ ਤੁਹਾਡੇ ਜਾਗਣ ਦਾ ਵੇਲਾ ਆ ਪੁੱਜਿਆ ਹੈ, ਕਿਉਂ ਜੋ ਜਿਸ ਵੇਲੇ ਅਸਾਂ ਨੇਚਾ ਕੀਤੀ ਉਸ ਵੇਲੇ ਨਾਲੋਂ ਸਾਡੀ ਮੁਕਤੀ ਹੁਣ ਨੇੜੇ ਹੈ। ਆਮੀਨ। ਹੁਣ ਬਹੁਤ ਥੋੜਾ ਟਾਈਮ, ਹਜੇ ਵੀ ਕਹਿ ਰਿਹਾ ਪਰਮੇਸ਼ਰ, ਬਹੁਤ ਥੋੜਾ ਟਾਈਮ ਰਹਿ ਗਿਆ ਜੀ। ਆਪਣੀ ਤਿਆਰੀ ਨੂੰ ਮੁਕੰਮਲ ਕਰ ਲਓ, ਛੱਡ ਦਿਓ ਸਾਰੇ ਉਹਨਾਂ ਕੰਮਾਂ ਨੂੰ, ਅਹਿਮੀਅਤ ਦਿਓ ਜ਼ਿੰਦਾ ਖੁਦਾ ਨੂੰ। ਖੁਦਾ ਦਾ ਪਹਿਲਾ ਪਿਆਰ ਨਾ ਭੰਨੋ, ਨਾ ਉਸ ਨੂੰ ਅਲੱਗ ਕਰੋ। ਪਹਿਲੇ ਪਿਆਰ ਨੂੰ ਅਲੱਗ ਨਾ ਕਰੋ ਆਪਣੀ ਜ਼ਿੰਦਗੀ ਦੇ ਤੋਂ, ਉਹਨੂੰ ਅਹਿਮੀਅਤ ਦੇਣੀ ਸ਼ੁਰੂ ਕਰੋ। ਮੇਰਾ ਪਰਮੇਸ਼ਰ ਤੁਹਾਨੂੰ ਅਹਿਮੀਅਤ, ਪ੍ਰੈਫਰੈਂਸ ਦੇਣੀ ਸ਼ੁਰੂ ਕਰ ਦੇਗਾ। ਆਮੀਨ। ਔਰ ਜ਼ਿੰਦਾ ਖੁਦਾ ਚਾਹੁੰਦਾ ਆ ਕਿ ਹੁਣ ਬਹੁਤ ਸਮਾਂ ਨੇੜੇ ਆ ਚੁੱਕਾ ਆ। ਦੁਨੀਆ ਆਪਣਿਆਂ ਕੰਮਾਂ ਦੇ ਵਿੱਚ ਬਿਜ਼ੀ ਪਈ ਆ। ਕਰੋਨਾ ਦੇ ਵਿੱਚ ਜਿੱਦਾਂ ਮਾੜੀ ਜਿਹੀ ਢਿੱਲ ਦਿੱਤੀ ਤੇ ਦੁਨੀਆ ਨੂੰ ਲੱਗ ਗਿਆ ਕਿ ਮੈਂ ਦਵਾ ਦਵ ਫੇਰ ਉਸ ਪੁਰਾਣੀ ਜ਼ਿੰਦਗੀ ਦੇ ਵਿੱਚ ਆ ਜਾਈਏ, ਜਿੱਦਾਂ ਪਹਿਲਾਂ ਕੰਮ ਕਰਦੇ ਸੀ ਅਸੀਂ ਉਸੇ ਤਰ੍ਹਾਂ ਕਰ ਦਈਏ, ਉਸੇ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ। ਪਰ ਇਹ ਇਸ ਕਰਕੇ ਨਹੀਂ ਇਹ ਮੁਸੀਬਤ ਆਈ ਸੀ ਸਾਡੇ ਤੇ, ਬਲਕਿ ਇਸ ਕਰਕੇ ਆਈ ਸੀ ਤਾਂ ਕਿ ਅਸੀਂ ਸਿੱਖ ਸਕੀਏ ਕਿ ਅਸੀਂ ਕਿਹੜੀ ਚੀਜ਼ ਨੂੰ ਅਹਿਮੀਅਤ ਦੇਣੀ ਆ। ਆਪਣੀ ਫੈਮਿਲੀ ਨੂੰ ਅਹਿਮੀਅਤ ਦਿਓ, ਆਪਣੇ ਖੁਦਾ ਨੂੰ ਅਹਿਮੀਅਤ ਦਿਓ, ਆਪਣੀ ਚੰਗੀ ਸਿਹਤ ਨੂੰ ਅਹਿਮੀਅਤ ਦਿਓ। ਮੇਰੇ ਪਰਮੇਸ਼ਰ ਨੇ ਸਾਨੂੰ ਸਿਖਾ ਲਿਆ ਆ ਇਸ ਕਨਫਿਨਾਮੈਂਟੋ ਦੇ ਵਿੱਚ, ਇਸ ਲੋਕਡਾਊਨ ਦੇ ਵਿੱਚ ਸਾਨੂੰ ਖੁਦਾ ਨੇ ਸਿਖਾ ਲਿਆ ਆ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰੋ, ਆਪਣੇ ਜੀਆਂ ਦੇ ਨਾਲ ਬੈਠੋ, ਆਪਣੇ ਪਰਮੇਸ਼ਵਰ ਦੇ ਨਾਲ ਬੈਠੋ, ਆਪਣੇ ਖੁਦਾ ਦੇ ਨਾਲ ਬੈਠੋ, ਆਪਣੀ ਸਿਹਤ ਦਾ ਧਿਆਨ ਰੱਖੋ, ਆਪਣੇ ਆਸੇ ਪਾਸੇ ਦਾ ਧਿਆਨ ਰੱਖੋ, ਤਾਂ ਕਿ ਮੇਰਾ ਪਰਮੇਸ਼ਵਰ ਜ਼ਿੰਦਾ ਖੁਦਾ ਆਪਣੇ ਆਪ ਨੂੰ, ਆਪਣੇ ਭੇਤਾਂ ਨੂੰ ਸਾਡੇ ਉੱਤੇ ਜ਼ਾਹਿਰ ਕਰ ਸਕੇ। ਪਰ ਅਜੇ ਵੀ ਕਈਆਂ ਨੂੰ ਸਮਝ ਨਹੀਂ ਆ ਰਹੀ ਕਿ ਖੁਦਾ ਕੀ ਦੱਸਣਾ ਚਾਹ ਰਿਹਾ ਸੀ ਇਸ ਲੋਕਡਾਊਨ ਦੇ ਵਿੱਚ। ਅਜੇ ਵੀ ਅਸੀਂ ਆਪਣੀ ਤਿਆਰੀ ਨੂੰ ਫਿਰ ਆਪਣੇ ਆਪ ਨੂੰ ਆਜ਼ਾਦ ਕਰ ਦੇਣਾ ਚਾਹੁੰਦੇ ਹਾਂ, ਫਿਰ ਉਸੇ ਤਰ੍ਹਾਂ ਪੁਰਾਣੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਆਪ ਨੂੰ ਫਿਰ ਲੈ ਕੇ ਜਾਣਾ ਚਾਹੁੰਦੇ ਹਾਂ। ਹਾਲੇਲੂਇਆ। ਅਸੀਂ ਖੁਦਾ ਦੀ ਵਾਰਨਿੰਗ ਨੂੰ ਸਮਝ ਹੀ ਨਹੀਂ ਸਕੇ। ਅਸੀਂ ਪਰਮੇਸ਼ਰ ਵੱਲੋਂ ਇਸ਼ਾਰਾ ਦਿੱਤਾ ਜਾ ਰਿਹਾ ਆ। ਉਹ ਪੀੜਾ ਜਿਹੜੀਆਂ ਆ ਇਹ ਇਸ ਟਾਈਮ ਦੁਨੀਆ ਦੇ ਵਿੱਚ ਇੱਕ ਇਸ਼ਾਰਾ ਆ ਕਿ ਆਪਣੀ ਤਿਆਰੀ ਰੱਖੋ, ਮੈਂ ਆਉਣ ਵਾਲਾ ਆ। ਆਪਣੀ ਤਿਆਰੀ ਰੱਖੋ, ਮੈਂ ਬਹੁਤ ਜਲਦ ਤੁਹਾਡੇ ਦਰਮਿਆਨ ਖਲੋਵਾਂਗਾ। ਆਮੀਨ। ਫਿਰ ਵੀ ਲੋਕਡਾਊਨ ਦਾ ਸਮਝ ਨਹੀਂ ਲੱਗਣ ਡਿਆ। ਲੋਕੀ ਸੋਚਦੇ ਨੇ ਖੁਦਾ ਸਾਨੂੰ ਤੜਫਾਉਣਾ ਚਾਹੁੰਦਾ ਆ, ਸਾਨੂੰ ਮਾਰਨਾ ਚਾਹੁੰਦਾ ਆ। ਨਹੀਂ, ਏਦਾਂ ਦੀ ਪਲੈਨਿੰਗ ਨਹੀਂ ਹੈ ਮੇਰੇ ਪਰਮੇਸ਼ਵਰ ਦੀ। ਖੁਦਾ ਸਿਖਾਲਣਾ ਚਾਹੁੰਦਾ ਆ। ਆਪਣੇ ਪਰਮੇਸ਼ਰ ਨੂੰ ਅਹਿਮੀਅਤ ਦਿਓ, ਆਪਣੀ ਸਿਹਤ ਨੂੰ ਅਹਿਮੀਅਤ ਦਿਓ, ਆਪਣੇ ਪਰਿਵਾਰ ਨੂੰ ਅਹਿਮੀਅਤ ਦਿਓ, ਆਪਣੇ ਆਸੇ ਪਾਸੇ ਦੀ ਧਿਆਨ ਰੱਖੋ ਹਰ ਚੀਜ਼ ਦਾ, ਤਾਂ ਕਿ ਮੇਰਾ ਪਰਮੇਸ਼ਰ ਆਪਣੇ ਭੇਤ ਨੂੰ ਸਾਡੇ ਉੱਤੇ ਜ਼ਾਹਿਰ ਕਰ ਸਕੇ। ਆਮੀਨ। ਲਾਕਡਾਊਨ ਦਾ ਮਤਲਬ ਇਹ ਨਹੀਂ ਹੈ ਖੁਦਾ ਤੁਹਾਨੂੰ ਭੁੱਖਿਆਂ ਰਹਿਣਾ ਚਾਹੁੰਦਾ ਆ। ਨਹੀਂ, ਖੁਦਾ ਚਾਹੁੰਦਾ ਕਿ ਤੁਸੀਂ ਤੇ ਮੈਂ ਉਹਦੇ ਉੱਤੇ ਡਿਪੈਂਡ ਹੋਈਏ। ਅਸੀਂ ਆਪਣੇ ਕੰਮਾਂ ਤੇ ਡਿਪੈਂਡ ਸੀਗੇ, ਗੌਰਮੈਂਟਾਂ ਤੇ ਡਿਪੈਂਡ ਸੀਗੇ, ਪਰ ਮੇਰਾ ਪਰਮੇਸ਼ਰ ਕਹਿੰਦਾ ਤੂੰ ਆਪਣੀ ਖੁਦ ਤਿਆਰੀ ਕਰ। ਹਾਲੇਲੂਇਆ, ਹਾਲੇਲੂਇਆ। ਮੈਂ ਆਪਣੀ ਤਿਆਰੀ ਖੁਦ ਕਰਨੀ ਆ। ਫਿਰ ਮੇਰਾ ਪਰਮੇਸ਼ਰ ਕਾਵਾਂ ਨੂੰ ਵੀ ਹੁਕਮ ਦੇਗਾ ਕਿ ਉਹ ਸਾਡੇ ਤੱਕ ਸਾਡੀ ਰੋਟੀ ਪਹੁੰਚਾਉਣ। ਖੁਦਾ ਲੋਕਾਂ ਦੇ ਦਿਲਾਂ ਨੂੰ ਤਿਆਰ ਕਰੇਗਾ ਤਾਂ ਕਿ ਉਹ ਸਾਡਾ ਜਿਹੜੀ ਜ਼ਰੂਰਤ ਹੈ ਉਹ ਸਾਡੇ ਤੱਕ ਪਹੁੰਚੀ ਕਰ ਦੇ ਹੁਣ। ਆਮੀਨ। ਸਾਡਾ ਪਰਮੇਸ਼ਰ ਹਰ ਚੀਜ਼ ਮੁਹੱਈਆ ਕਰ ਸਕਦਾ ਆ। ਪਰ ਹੁਣ ਜਿੱਦਾਂ ਲਾਕਡਾਊਨ ਖੋਲਦਾ ਆ, ਫਿਰ ਲੋਕੀ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੁੰਦੇ ਨੇ, ਫਿਰ ਉਸੇ ਤਰ੍ਹਾਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਲੈ ਕੇ ਜਾਣਾ ਚਾਹੁੰਦੇ ਨੇ। ਪਰ ਮੇਰਾ ਪਰਮੇਸ਼ਰ ਇਸ ਕਰਕੇ ਨਹੀਂ ਸਾਨੂੰ ਸਿਖਾ ਲਿਆ। ਖੁਦਾ ਨੇ ਸਾਨੂੰ 2 ਮਹੀਨਿਆਂ ਦੇ ਵਿੱਚ ਜੇ ਅਜੇ ਵੀ ਨਾ ਸੁਧਰੇ, ਇਹ ਨਿਸ਼ਾਨੀਆਂ ਨੇ, ਆਉਣ ਵਾਲੀਆਂ ਮੁਸੀਬਤਾਂ ਬਹੁਤ ਖਤਰਨਾਕ ਆਉਣ ਵਾਲੀਆਂ ਨੇ। ਮੈਂ ਡਰਾ ਨਹੀਂ ਰਿਹਾ, ਮੈਂ ਤੁਹਾਨੂੰ ਕਹਿ ਰਿਹਾ ਹਾਂ, ਕਿਉਂਕਿ ਪਰਮੇਸ਼ਰ ਕਹਿ ਰਿਹਾ ਕਿ ਦੱਸ ਕਿ ਆਉਣ ਵਾਲੀਆਂ ਮੁਸੀਬਤਾਂ ਬਹੁਤ ਖਤਰਨਾਕ ਨੇ, ਆਉਣ ਵਾਲੀਆਂ ਬਿਮਾਰੀਆਂ ਬੜੀਆਂ ਖਤਰਨਾਕ ਨੇ, ਲੜਾਈਆਂ ਜਿਹੜੀਆਂ ਬੜੀਆਂ ਖਤਰਨਾਕ ਨੇ। ਇਸ ਕਰਕੇ ਆਪਣੀ ਤਿਆਰੀ ਨੂੰ ਮੁਕੰਮਲ ਰੱਖੋ। ਅੱਜ ਮੇਰਾ ਪਰਮੇਸ਼ਰ ਆ ਜਾਏ, ਅੱਜ ਵੀ ਜੇ ਲੜਾਈ ਲੱਗ ਜਾਏ ਤੇ ਮੈਨੂੰ ਕੋਈ ਪਰਵਾਹ ਨਹੀਂ ਆ। ਮੇਰੇ ਅੱਜ ਵੀ ਜੇ ਮੇਰੀ ਜਾਨ ਚਲੀ ਜਾਏ ਮੈਨੂੰ ਕੋਈ ਪਰਵਾਹ ਨਹੀਂ ਆ, ਕਿਉਂਕਿ ਮੇਰਾ ਪਰਮੇਸ਼ਰ ਮੇਰੇ ਅੰਗ ਤੇ ਸੰਗ ਹੈ। ਮੈਨੂੰ ਪਤਾ ਜਿੱਦਾਂ ਹੀ ਮੇਰੇ ਇਹ ਸਾਹ ਨਿਕਲ ਗਏ ਤੇ ਮੈਂ ਖੁਦਾ ਦੇ ਨਾਲ ਬੈਠਾ ਹੋਣਾ ਹੈ। ਹਾਲੇਲੂਇਆ। ਜਿੱਦਾਂ ਹੀ ਮੈਂ ਜਿਸਮ ਨੂੰ ਛੱਡ ਦਿੱਤਾ, ਇਸ ਮਿੱਟੀ ਨੂੰ ਮੈਂ ਛੱਡ ਦਿੱਤਾ, ਮੇਰਾ ਪਰਮੇਸ਼ਵਰ, ਮੈਂ ਔਰ ਮੇਰਾ ਖੁਦਾ ਅੰਗ ਤੇ ਸੰਗ ਬੈਠੇ ਹੋਣਗੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਆਪਣੇ ਬਾਪ ਦੀ ਮਰਜ਼ੀ ਨੂੰ ਇੱਥੇ ਪੂਰੀਆਂ ਕੀਤਾ। ਜਿਸਮ ਦੇ ਵਿੱਚ ਤੀਜੇ ਦਿਨ ਸੱਜੇ ਹੱਥ ਬੈਠਾ ਸੀਗਾ। ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਵਰ ਦੀ ਪਲੈਨਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿੱਦਾਂ ਹੀ ਮੈਂ ਜਿਸਮ ਦੇ ਵਿੱਚ ਖੁਦਾ ਦੀ ਮਰਜ਼ੀ ਨੂੰ ਪੂਰੀਆਂ ਕਰਾਂਗਾ, ਰੂਹ ਦੇ ਵਿੱਚ ਮੈਂ ਜ਼ਿੰਦਾ ਖੁਦਾ ਦੇ ਨਾਲ ਬੈਠਾ ਹੋਵਾਂਗਾ। ਹਾਲੇਲੂਇਆ।
ਪਰ ਕੀ ਅਸੀਂ ਉਹ ਤਿਆਰੀ ਕਰਦੇ ਪਏ ਆ ਕਿ ਨਹੀਂ ਕਰਦੇ ਪਏ? ਕਿ ਮੇਰੀ ਤਿਆਰੀ ਮੁਕੰਮਲ ਹੈ ਕਿ ਨਹੀਂ ਹੈ? ਕਿ ਅਜੇ ਵੀ ਮੈਂ ਕਹਿਣਾ ਆ ਕੋਈ ਗੱਲ ਨਹੀਂ, ਬਪਤਿਸਮਾ ਲੈ ਲਾਂਗਾ, ਮੈਂ ਬੇਈਮਾਨੀ ਕਰ ਲਾਂ, ਮੇਰੀ ਵਾਈਫ ਨੂੰ ਨਹੀਂ ਪਤਾ ਮੈਂ ਬਾਹਰ ਵੀ ਰਿਲੇਸ਼ਨ ਰੱਖਿਆ ਆ, ਕੋਈ ਗੱਲ ਨਹੀਂ, ਪਰ ਮੇਰੀ ਵਾਈਫ ਦੁਆ ਬੜੀ ਕਰਦੀ ਆ, ਮੈਂ ਉਹਦੀਆਂ ਦੁਆਵਾਂ ਨਾਲ ਬਚ ਜਾਵਾਂਗਾ। ਝੂਠ, ਸਭ ਤੋਂ ਵੱਡਾ ਝੂਠ ਹੈ। ਹਾਲੇਲੂਇਆ। ਮੈਨੂੰ ਨਹੀਂ ਪਤਾ ਕੌਣ ਸੁਣਦਾ ਪਿਆ ਆ, ਪਰ ਮੈਂ ਹਜੇ ਵੀ ਤੁਹਾਨੂੰ ਦੱਸਦਾ ਪਿਆ ਆ, ਪਰਮੇਸ਼ਵਰ ਮੇਰੇ ਭਰਾ ਤੈਨੂੰ ਬਚਾਉਣਾ ਚਾਹੁੰਦਾ ਆ। ਤੂੰ ਆਪਣੀ ਵਾਈਫ ਤੋਂ ਲੁਕਾ ਸਕਦਾ ਆ, ਆਪਣੇ ਬੱਚਿਆਂ ਤੋਂ ਲੁਕਾ ਸਕਦਾ ਆ, ਤੂੰ ਪਰਮੇਸ਼ਵਰ ਤੋਂ ਵੀ ਸੋਚਦਾ ਤੂੰ ਲੁਕਾਉਣਾ ਪਿਆ ਆ, ਪਰ ਮੇਰਾ ਪਰਮੇਸ਼ਵਰ ਅੱਜ ਤੈਨੂੰ ਦੱਸਣਾ ਚਾਹੁੰਦਾ ਆ, ਬਪਤਿਸਮਾ ਲੈ, ਬਪਤਿਸਮਾ ਮੇਰਾ ਪਰਮੇਸ਼ਵਰ ਦੇ ਵਿੱਚ ਪਵਿੱਤਰ ਬਣ, ਤਾਂ ਮੇਰਾ ਖੁਦਾ ਤੈਨੂੰ ਇਸਤੇਮਾਲ ਕਰੇਗਾ। ਤੇਰੀ ਵਾਈਫ ਤੇਰੇ ਉੱਤੇ ਭਰੋਸਾ ਰੱਖਦੀ ਆ, ਪਰ ਤੇਰਾ ਪਰਮੇਸ਼ਵਰ ਉਹਦੇ ਤੋਂ ਕਿਤੇ ਵੱਧ ਭਰੋਸਾ ਰੱਖਦਾ ਆ। ਉਹ ਕਹਿ ਰਿਹਾ ਅੱਜ ਵੀ ਬਾਹਾਂ ਖਿਲਾਰ ਕੇ ਏਦਾਂ ਬੈਠਾ ਆ, ਮੇਰੇ ਪੁੱਤਰਾ ਛੱਡ ਇਸ ਪਾਪ ਨੂੰ, ਇਸ ਗੁਨਾਹ ਨੂੰ ਛੱਡ, ਤਾਂ ਕਿ ਮੇਰਾ ਖੁਦਾ, ਜ਼ਿੰਦਾ ਖੁਦਾ ਤੈਨੂੰ ਆਪਣੇ ਅਨੁਸਾਰ ਬਣਾ ਸਕੇ। ਹਾਲੇਲੂਇਆ। ਬਪਤਿਸਮਾ ਉਦੋਂ ਨਹੀਂ ਲਈਦਾ ਜਦੋਂ ਮੈਂ ਪਰਫੈਕਟ ਹੋ ਜਾਣਾ ਆ, ਅਸੀਂ ਉਦੋਂ ਬਪਤਿਸਮਾ ਲੈਣਾ ਆ ਜਦੋਂ ਮੈਂ ਚਾਹੁੰਦਾ ਆ ਕਿ ਮੈਂ ਪਰਫੈਕਟ ਹੋ ਜਾਵਾਂ। ਮੈਂ ਸਾਰਿਆਂ ਕੋਲ ਲੁਕਾ ਸਕਦਾ ਆ, ਪਰ ਮੈਂ ਆਪਣੇ ਖੁਦਾ ਦੇ ਕੋਲ ਨਹੀਂ ਲੁਕਾ ਸਕਦਾ। ਮੇਰਾ ਪਰਮੇਸ਼ਰ ਕਹਿੰਦਾ, ਕਿਉਂ ਕਿ ਬਪਤਿਸਮਾ ਦਾ ਮਤਲਬ ਕੀ ਆ? ਮੈਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦੇ ਦਿੰਦਾ ਆ। ਉਹ ਕਮਿਆਰ ਦੀ ਤਰ੍ਹਾਂ ਮੈਨੂੰ ਬਣਾਉਂਦਾ ਆ, ਮੈਨੂੰ ਨਿਖਾਰਦਾ ਆ, ਮੈਨੂੰ ਗੂੰਦਦਾ ਆ, ਆਪਣੇ ਕਲਾਮ ਦੇ ਨਾਲ ਭਰਦਾ ਆ, ਮੈਨੂੰ ਅੱਗ ਦੇ ਵਿੱਚੋਂ ਵੀ ਕੱਢੇਗਾ, ਮੈਨੂੰ ਪਾਣੀ ਦੇ ਵਿੱਚੋਂ ਵੀ ਕੱਢੇਗਾ, ਪਰ ਮੇਰੀ ਤਿਆਰੀ ਜਿਹੜੀ ਉਹ ਮੁਕੰਮਲ ਕਰੇਗਾ, ਤਾਂ ਕਿ ਮੈਂ ਜਦ ਅੱਗ ਦੇ ਵਾਂਗੂ ਪ੍ਰਭੂ ਯਿਸੂ ਮਸੀਹ ਦੇ ਜਲਾਲ ਦੇ ਲਈ ਇਸਤੇਮਾਲ ਕੀਤਾ ਜਾਵਾਂਗਾ। ਮੈਂ ਥਿੜਕਾਂਗਾ ਨਹੀਂ, ਮੈਂ ਟੁੱਟਾਂਗਾ ਨਹੀਂ, ਮੈਂ ਗਿਰਾਂਗਾ ਨਹੀਂ, ਮੈਂ ਉਹ ਦੀਵਾ ਬਣਾਂਗਾ ਜਿਹੜਾ ਦੂਜਿਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰੇਗਾ। ਆਮੀਨ। ਕਿ ਤੁਹਾਡੀ ਤੇ ਮੇਰੀ ਇਹ ਤਿਆਰੀ ਪੂਰੀ ਹੈਗੀ ਆ ਕਿ ਨਹੀਂ ਹੈਗੀ? ਜੇ ਅੱਜ ਮੇਰਾ ਪਰਮੇਸ਼ਰ ਮੈਨੂੰ ਇਸਤੇਮਾਲ ਕਰਨਾ ਚਾਹੁੰਦਾ ਆ, ਤੇ ਕੀ ਮੈਂ ਉਸ ਪਰਮੇਸ਼ਰ ਦੇ ਜਲਾਲ ਦੇ ਇਸਤੇਮਾਲ ਤਿਆਰੀ ਕਰਕੇ ਬੈਠਾ ਕਿ ਨਹੀਂ? ਮੈਂ ਤਿਆਰ ਆ ਕਿ ਨਹੀਂ ਹੈਗਾ? ਹਾਲੇਲੂਇਆ। ਮੇਰਾ ਪਰਮੇਸ਼ਰ ਉਡੀਕਦਾ ਪਿਆ ਜੇ, ਜਿੱਦਾਂ ਤੁਸੀਂ ਖੁਦਾ ਨੂੰ ਉਡੀਕਦੇ ਆ ਕਿ ਖੁਦਾ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰੇ, ਤੇ ਮੇਰਾ ਪਰਮੇਸ਼ਰ ਕਹਿੰਦਾ ਪੁੱਤਰ ਮੈਂ ਤੇ ਤੈਨੂੰ ਉਡੀਕਣਾ ਕਿ ਤੂੰ ਮੇਰੇ ਕੋਲ ਆਵੇਂ। ਮੈਂ ਤੇ ਇੱਥੇ ਹੀ ਆ, ਮੈਂ ਤੇ ਮੌਜੂਦ ਆ, ਖੁਦਾ ਮੌਜੂਦ ਆ, ਪਰ ਅਸੀਂ ਖੁਦਾ ਦੇ ਨੇੜੇ ਜਾਣਾ ਹੈ। ਹਾਲੇਲੂਇਆ। ਅਸੀਂ ਖੁਦਾ ਦੇ ਕੋਲੋਂ ਸਿੱਖਣਾ ਆ, ਖੁਦਾ ਦੇ ਵਚਨ ਦੇ ਵਿੱਚੋਂ ਸਿੱਖਣਾ ਆ, ਅਸੀਂ ਪਰਮੇਸ਼ਵਰ ਦੇ ਨੇੜੇ ਜਾਣਾ ਆ। ਪਰ ਹੁਣ ਤੁਸੀਂ ਤੇ ਅਸੀਂ ਕਿਹਦੀ ਉਡੀਕ ਕਰਦੇ ਪਏ ਆ? ਕੀ ਚਾਹੁੰਦੇ ਜੇ ਹੁਣ ਅਸੀਂ? ਕਿ ਲੜਾਈਆਂ ਲੱਗ ਜਾਣ, ਤੂਫਾਨ ਆ ਜਾਣ, ਉੱਤੋਂ ਅੱਗ ਦੇ ਗੋਲੇ ਡਿੱਗਣ, ਤੇ ਫਿਰ ਸਾਨੂੰ ਪਤਾ ਲੱਗੇ ਇਹ ਪੀੜਾਂ ਲੱਗ ਚੁੱਕੀਆਂ ਨੇ। ਉਸ ਗਰਭਵਤੀ ਔਰਤ ਦੀ ਤਰ੍ਹਾਂ ਪੀੜਾਂ ਲੱਗ ਚੁੱਕੀਆਂ ਨੇ। ਨਿਸ਼ਾਨੀਆਂ ਦਿਖਾਉਣ ਡਿਆ ਮੇਰਾ ਪਰਮੇਸ਼ਵਰ ਕਿ ਕਿਆਮਤ ਨੇੜੇ ਹੈ। ਅਸੀਂ ਲੜਾਈਆਂ ਦੇਖਣੀਆਂ ਆ, ਅਸੀਂ ਇਹ ਬਿਮਾਰੀਆਂ ਦੇਖਣੀਆਂ ਆ, ਪਰ ਅਸੀਂ ਡਰਨਾ ਨਹੀਂ ਹੈਗਾ, ਕਿਉਂਕਿ ਮੇਰਾ ਖੁਦਾ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਆ, ਇਜ਼ਰਾइल ਦਾ ਬਾਦਸ਼ਾਹ, ਇਜ਼ਰਾइल ਦਾ ਪਵਿੱਤਰ ਪੁਰਖ, ਉਹ ਮੇਰੇ ਸੰਗ ਆ, ਤੇ ਕੌਣ ਮੇਰੇ ਵਿਰੁੱਧ ਹੈ? ਹਾਲੇਲੂਇਆ। ਮੇਰਾ ਜ਼ੋਰ ਅਬਰਾਹਮ, ਇਸਾਕ ਔਰ ਯਾਕੂਬ ਦੇ ਖੁਦਾ ਦੇ ਉੱਤੇ ਆ, ਜਿਹੜਾ ਮੈਨੂੰ ਕਦੀ ਨਹੀਂ ਛੱਡੇਗਾ, ਜਿਹੜਾ ਮੈਨੂੰ ਕਦੀ ਨਹੀਂ ਤਿਆਗੇਗਾ, ਜਿਹੜਾ ਮੇਰਾ ਸੱਜਾ ਹੱਥ ਹੈ, ਉਹ ਮੇਰੀ ਢਾਲ ਆ, ਉਹ ਮੇਰੀ ਫਰੀ ਆ, ਉਹ ਮੇਰੇ ਅੱਗੇ ਅੱਗੇ ਚੱਲੇਗਾ, ਉਹ ਮੇਰੇ ਵੈਰੀਆਂ ਨੂੰ ਮੇਰੇ ਪੈਰਾਂ ਦੇ ਨੀਚੇ ਕਰੇਗਾ। ਔਰ ਮੇਰਾ ਵੈਰੀ ਮੇਰਾ ਚਾਚਾ ਤਾਇਆ ਨਹੀਂ ਜੇ ਹੈਗਾ, ਮੇਰਾ ਵੈਰੀ ਮੇਰਾ ਭਰਾ ਨਹੀਂ ਹੈਗਾ, ਮੇਰਾ ਵੈਰੀ ਸ਼ੈਤਾਨ ਆ। ਉਹ ਸ਼ੈਤਾਨੀ ਤਾਕਤਾਂ ਨੇ ਜਿਨ੍ਹਾਂ ਨੂੰ ਮੇਰਾ ਖੁਦਾ ਮੇਰੇ ਪੈਰਾਂ ਦੇ ਨੀਚੇ ਕਰ ਚੁੱਕਾ ਆ। ਸਿਰਫ ਆਪਣੇ ਮਾਈਂਡ ਸੈਟ ਨੂੰ ਚੇਂਜ ਕਰੋ ਕਿ ਮੈਂ ਪਰਮੇਸ਼ਵਰ ਦਾ ਆ ਤੇ ਪਰਮੇਸ਼ਵਰ ਮੇਰਾ ਆ। ਇਹ ਬਿਮਾਰੀਆਂ ਮੇਰੇ ਪੈਰਾਂ ਦੇ ਨੀਚੇ ਨੇ, ਇਹ ਨਮੋਸ਼ੀ ਮੇਰੇ ਪੈਰਾਂ ਦੇ ਨੀਚੇ ਹੈ, ਇਹ ਲਾਨਤ, ਸ਼ਰਾਪ ਮੇਰੇ ਪੈਰਾਂ ਦੇ ਨੀਚੇ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮੇਰਾ ਖੁਦਾ ਸਾਨੂੰ ਆਜ਼ਾਦ ਕਰ ਚੁੱਕਾ ਆ। ਸਾਡੀ ਤਿਆਰੀ ਕੀ ਹੈ? ਉਹ ਮੈਨੂੰ ਅਡਾਪਟ ਕਰ ਚੁੱਕਾ ਆ, ਮੈਨੂੰ ਲੇਪਾਲਕ ਪੁੱਤਰ ਦਾ ਅਹੁਦਾ ਦੇ ਚੁੱਕਾ ਆ, ਉਹ ਮੇਰੇ ਵਾਸਤੇ ਲਹੂ ਬਹਾ ਚੁੱਕਾ ਆ, ਪਰ ਮੈਂ ਕੀ ਕਰਦਾ ਪਿਆ ਆ? ਹਾਲੇਲੂਇਆ। ਮੇਰੀ ਕੀ ਤਿਆਰੀ ਆ? ਮੇਰੀ ਤਿਆਰੀ ਕਿਹੜੀ ਆ? ਕਿ ਮੈਨੂੰ ਇਹ ਰੈਕੋਗਨਾਈਜੇਸ਼ਨ ਜਿਹੜੀਆਂ ਮਿਨਿਸਟਰੀਆਂ ਦੇਣਗੀਆਂ, YouTube ਤੇ ਲਾਇਕ ਦੇਣਗੇ, ਮੇਰੀ ਤਿਆਰੀ ਇਹ ਆ ਕਿ ਜਦੋਂ ਮੇਰਾ ਪਰਮੇਸ਼ਵਰ ਤਖਤ ਉੱਤੇ ਬੈਠੇ ਤੇ ਮੈਨੂੰ ਜਾਣੇ ਤੇ ਮੈਨੂੰ ਪਹਿਚਾਣੇ ਕਿ ਮੇਰੇ ਪੁੱਤਰ ਤੂੰ ਮੇਰੇ ਨਾਮ ਨੂੰ ਰੋਸ਼ਨ ਕੀਤਾ ਆ, ਮੈਂ ਤੇਰਾ ਜਵਾਬ ਦੇ ਸਾਹਮਣੇ ਇਨਕਾਰ ਨਹੀਂ ਕਰੇਗਾ। ਚੱਲ ਮੇਰੇ ਪੁੱਤਰ ਤੂੰ ਮੇਰੇ ਅੱਜ ਸੱਜੇ ਬੈਠ। ਹਾਲੇਲੂਇਆ।
ਕਿਹੜੀ ਤਿਆਰੀ ਕਰਕੇ ਬੈਠੇ ਆ ਕਿ ਦੁਨੀਆ ਮੈਨੂੰ ਜਾਣੇ ਕਿ ਜਾਂ ਮੇਰਾ ਬਾਪ ਮੈਨੂੰ ਜਾਣੇ? ਕਿਹੜੀ ਤਿਆਰੀ ਕਰਕੇ ਬੈਠੇ ਆ? ਆਪਣੇ ਅੰਦਰ ਅੱਜ ਅਸੀਂ ਚਾਤੀ ਮਾਰੀਏ ਕਿ ਜੇ ਮੇਰਾ ਖੁਦਾ ਅੱਜ ਮੇਰੇ ਨਾਲ ਆ, ਮੇਰੇ ਦਰਮਿਆਨ ਆ, ਮੇਰੇ ਅੰਦਰ ਆ, ਮੇਰੇ ਬਾਹਰ ਆ, ਮੇਰੀ ਫੈਮਿਲੀ ਦੇ ਅੰਦਰ ਵੀ ਹੋਣਾ ਚਾਹੀਦਾ ਆ, ਮੇਰੇ ਬਿਜ਼ਨਸ ਵਿੱਚ ਵੀ ਮੇਰਾ ਪਰਮੇਸ਼ਵਰ ਨਜ਼ਰ ਆਉਣਾ ਚਾਹੀਦਾ ਆ, ਮੇਰੇ ਰਿਲੇਸ਼ਨਸ਼ਿਪ ਦੇ ਵਿੱਚ ਮੇਰਾ ਖੁਦਾ ਨਜ਼ਰ ਆਉਣਾ ਚਾਹੀਦਾ ਆ। ਜਿੱਥੇ ਜਿੱਥੇ ਤੁਸੀਂ ਖੁਦਾ ਨੂੰ ਉੱਚਿਆਂ ਕਰੋਗੇ, ਜਿਹੜੇ ਜਿਹੜੇ ਰਿਸ਼ਤੇ ਦੇ ਵਿੱਚ, ਜਿਹੜੇ ਜਿਹੜੇ ਬਿਜ਼ਨਸ ਵਿੱਚ, ਜਿਹੜੇ ਜਿਹੜੇ ਕੰਮਾਂ ਦੇ ਵਿੱਚ, ਮੇਰਾ ਪਰਮੇਸ਼ਵਰ ਤੁਹਾਨੂੰ ਉੱਚਿਆਂ ਕਰੇਗਾ। ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦਿੰਦਾ ਆ। ਹਾਲੇਲੂਇਆ। ਮੇਰਾ ਖੁਦਾ ਕੀ ਚਾਹੁੰਦਾ ਹੈ ਕਿ ਸਾਡੀ ਤਿਆਰੀ ਮੁਕੰਮਲ, ਕੰਪਲੀਟ, ਟੋਟਲੀ ਮੇਰੇ ਪਰਮੇਸ਼ਰ ਦੇ ਵਿੱਚ ਅਸੀਂ ਤਿਆਰ ਰਹਿਣਾ ਹੈ। ਹੁਣ ਆ ਜੇ ਮੇਰਾ ਖੁਦਾਵੰਦ ਮੈਨੂੰ ਕਵੇ ਚੱਲ ਮੇਰੇ ਪੁੱਤਰ ਫਲਾਣੇ ਪਿੰਡ ਦੇ ਵਿੱਚ, ਫਲਾਣੇ ਸ਼ਹਿਰ ਦੇ ਵਿੱਚ, ਫਲਾਣੀ ਕੰਟਰੀ ਦੇ ਵਿੱਚ, ਤੇ ਮੈਂ ਕਹਾਂ ਹਾਂ ਮੈਂ ਬਾਪ, ਮੈਂ ਹਾਜ਼ਰ ਹਾਂ। ਹਾਲੇਲੂਇਆ। ਤੁਹਾਨੂੰ ਤੁਹਾਡੇ ਔਰ ਮੇਰੇ ਪਾਸਟਰਾਂ ਨੇ ਨਹੀਂ ਜੇ ਬਚਾਉਣਾ, ਮੇਰੇ ਔਰ ਤੁਹਾਡੇ ਈਮਾਨ ਨੇ ਔਰ ਈਮਾਨ ਦੇ ਵਿੱਚ ਠਹਿਰੇ ਰਹਿਣ ਦੇ ਨੇ ਬਚਾਉਣਾ ਆ। ਪਾਸਟਰ ਸਾਹਿਬਾਨ ਨੇ ਤੁਹਾਨੂੰ ਵਚਨ ਦੇ ਜਾਣਾ ਹੈ। ਜਿੱਦਾਂ ਅੱਜ ਤੁਹਾਨੂੰ ਵਚਨ ਦੇ ਰਿਹਾ, ਤੁਹਾਡੇ ਵਿੱਚ ਉਹ ਜਦ ਤੁਸੀਂ ਵਚਨ ਨੂੰ ਲਓਗੇ, ਉਹ ਵਚਨ ਗਲੇਗਾ, ਸੜੇਗਾ ਔਰ ਤੁਹਾਡੇ ਵਿੱਚ ਇੱਕ ਨਵੀਂ ਜ਼ਿੰਦਗੀ ਪੈਦਾ ਕਰੇਗਾ। ਤਦ ਤੁਸੀਂ ਤੇ ਮੈਂ ਬਚਾਏ ਜਾਣਾ ਹੈ। ਹਾਲੇਲੂਇਆ। ਵਚਨ ਨੂੰ ਜਦ ਜੀਵੋਗੇ, ਪੀਵੋਗੇ, ਖਾਓਗੇ, ਜਦ ਉਹਨੂੰ ਪਚਾਓਗੇ, ਉਹਦੇ ਉੱਤੇ ਚੱਲੋਗੇ, ਤਦ ਉਹ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਨਿਊਟ੍ਰੀਸ਼ਨਸ ਪੈਦਾ ਕਰੇਗਾ। ਹਾਲੇਲੂਇਆ। ਜੇ ਸੂਰ ਵਾਂਗੂ ਖਾ ਕੇ ਤੇ ਕਲੱਪ ਕਰਕੇ ਬਸ ਢਿੱਡ 'ਚ ਹੀ ਪਾ ਲੈਣਾ ਆ, ਤੇ ਉਹ ਵਚਨ ਨੇ ਕੁਛ ਨਹੀਂ ਕਰਨਾ। ਜਿੰਨੀ ਦੇਰ ਤੱਕ ਤੁਸੀਂ ਉਹਨੂੰ ਚਿਊ ਨਹੀਂ ਕਰਦੇ, ਉਹਨੂੰ ਖਾਂਦੇ ਨਹੀਂ ਆ, ਉਹਨੂੰ ਚੱਬਦੇ ਨਹੀਂ ਆ, ਉਹਨੂੰ ਜਿਉਂਦੇ ਨਹੀਂ ਆ, ਵਚਨ ਨੂੰ ਉਹਨੂੰ ਲੈਂਦੇ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ, ਉਹਨੂੰ ਅਪਣਾਉਂਦੇ ਨਹੀਂ ਆ, ਤਦ ਤੱਕ ਉਸ ਵਚਨ ਨੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਅਸਰ ਨਹੀਂ ਕਰਨਾ। ਹਾਲੇਲੂਇਆ। ਆਪਣੀ ਤਿਆਰੀ ਮੁਕੰਮਲ ਰੱਖੋ। ਮੇਰਾ ਪਰਮੇਸ਼ਰ ਕੀ ਕਹਿ ਰਿਹਾ ਹੈ? ਅਸੀਂ ਪੜਾਂਗੇ ਦੂਜਾ ਪਤਰਸ ਉਹਦਾ ਦੂਜਾ ਬਾਬ ਉਹਦੀ 13 ਆਇਤ ਵਿੱਚੋਂ। ਅਸੀਂ ਸੁੱਤੇ ਨਾ ਰਹੀਏ। ਹਾਲੇਲੂਇਆ। ਬਹੁਤ ਸਾਰੇ ਕ੍ਰਿਸਚੀਅਨ ਸੁੱਤੇ ਪਏ ਨੇ, ਈਵਨ ਕਿ ਪਾਸਟਰਸ ਵੀ ਸੁੱਤੇ ਪਏ ਨੇ। ਖੁਦਾ ਦੇ ਦਾਸ ਔਰ ਦਾਸੀਆਂ ਇੱਕਦਮ ਨਹੀਂ ਡਿੱਗਦੇ, ਹੌਲੀ ਹੌਲੀ ਡਿੱਗਦੇ ਨੇ। ਹੌਲੀ ਹੌਲੀ ਕਰਕੇ ਪਾਪ ਆਉਂਦਾ ਆ, ਹੌਲੀ ਹੌਲੀ ਕਰਕੇ ਕਮਾਂਡ ਆਉਂਦਾ ਆ, ਗਰੂਰ ਆਉਂਦਾ ਆ। ਆਪਣੇ ਅੰਦਰ ਮੇਰੇ ਤੋਂ ਵੱਧ ਕੋਈ ਨਹੀਂ ਜਾਣਦਾ, ਇਹ ਚੀਜ਼ ਹਉਮੈ ਆਉਂਦੀ ਆ। ਇਹ ਚੀਜ਼ ਜਿਹੜੀ ਸਾਨੂੰ ਲੈ ਪੈਂਦੀ ਜੇ, ਕਿਉਂਕਿ ਅਸੀਂ ਵੀ ਇਸ ਚੀਜ਼ ਦੇ ਵਿੱਚੋਂ ਨਿਕਲੇ ਆ। ਮੇਰਾ ਪਰਮੇਸ਼ਵਰ ਦੱਸਦਾ ਆ, ਉਹਨੇ ਮੈਨੂੰ ਸਿਖਾ ਲਿਆ ਆ, ਮੈਨੂੰ ਡਿੱਗੇ ਹੋਏ ਨੂੰ ਚੁੱਕਿਆ ਆ। ਇਹ ਕਮਾਂਡ ਜਿਹੜਾ ਸਾਨੂੰ ਸੁੱਟ ਦਿੰਦਾ ਆ, ਉਹ ਸ਼ੈਤਾਨ ਵਰਗਾ ਬਣਾ ਦਿੰਦਾ ਆ। ਜਿੱਦਾਂ ਸ਼ੈਤਾਨ ਨੂੰ ਕਮਾਂਡ ਹੋ ਗਿਆ ਸੀ ਕਿ ਮੇਰੇ ਤੋਂ ਵਧੀਆ ਖੁਦਾ ਦਾ ਕੰਮ ਕੋਈ ਨਹੀਂ ਕਰ ਸਕਦਾ, ਫਿਰ ਉਹਨੇ ਖੁਦਾ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਖੁਦਾ ਦੇ ਦਾਸ ਔਰ ਦਾਸੀਆਂ ਖੁਦਾ ਦੀ ਬਾਤ ਵਿੱਚ ਜਗ੍ਹਾ ਲੈਣ ਦੀ ਕੋਸ਼ਿਸ਼ ਕਰਦੇ ਨੇ। ਹਾਲੇਲੂਇਆ। ਪਰ ਸਾਡੀ ਤਿਆਰੀ ਪਰਮੇਸ਼ਵਰ ਦੇ ਧੀਆਂ ਤੇ ਪੁੱਤਰਾਂ ਵਰਗੀ ਹੋਣੀ ਚਾਹੀਦੀ ਹੈ, ਪਾਸਟਰਾਂ ਵਰਗੀ ਨਹੀਂ। ਉਹ ਪਾਸਟਰ ਜਿਹੜੇ ਬੋਲਦੇ ਨੇ ਪਰ ਕਰਦੇ ਨਹੀਂ। ਅਸੀਂ ਉਹਨਾਂ ਵਰਗੇ ਨਹੀਂ ਬਣਨਾ। ਅਸੀਂ ਉਹਨਾਂ ਵਰਗੇ ਬਣਨਾ ਆ ਜਿਹੜਾ ਮਸੀਹ ਯਿਸੂ ਮਸੀਹ ਕਹਿੰਦਾ ਹੈ, ਜਾਂ ਸੰਤ ਪੌਲਸ ਕਹਿੰਦਾ ਹੈ, ਮੇਰੀ ਕਾਪੀ ਕਰ, ਮੈਂ ਤੇਰੇ ਸਾਹਮਣੇ ਨਮੂਨਾ ਆ। ਹਾਲੇਲੂਇਆ। ਹਾਲੇਲੂਇਆ। ਹਾਂਜੀ ਪੜਾਂਗੇ ਦੂਜਾ ਪਤਰਸ ਉਹਦੀ 2 ਬਾਬ ਉਹਦੀ 13 ਆਇਤ ਵਿੱਚੋਂ ਪੜਾਂਗੇ। ਦਿਨੇ ਉਹ ਭੋਗ ਵਿਲਾਸ ਵਿੱਚ ਖੁਸ਼ ਹੁੰਦੇ ਹਨ। ਕਿੱਦਾਂ? ਭੋਗ ਵਿਲਾਸ ਵਿੱਚ। ਭੋਗ ਵਿਲਾਸ ਦੇ ਵਿੱਚ, ਚੰਗੀਆਂ ਕੰਮਾਂ ਦੇ ਵਿੱਚ ਨਹੀਂ, ਆਪਣੇ ਜਿਸਮ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਨੇ ਕ੍ਰਿਸਚੀਅਨਸ ਵੀ, ਕਿ ਮੈਨੂੰ ਰੈਕੋਗਨਾਈਜੇਸ਼ਨ ਮਿਲ ਜਾਏ, ਕਿ ਮੈਨੂੰ ਲੋਕ ਜਾਣਨ, ਮੈਨੂੰ ਲੋਕ ਪਹਿਚਾਨਣ, ਮੈਂ ਕਿੰਨਾ ਵਧੀਆ ਪ੍ਰਚਾਰ ਕਰਦਾ ਆ, ਦੇਖ ਇਹਨੂੰ ਕਿੰਨਾ ਪਤਾ ਆ। ਪਰ ਪਰਮੇਸ਼ਵਰ ਜਿਹੜਾ ਆ ਉਹ ਇਸ ਚੀਜ਼ ਦੇ ਉੱਤੇ ਖੁਸ਼ ਨਹੀਂ ਹੈਗਾ। ਉਹ ਇਸ ਚੀਜ਼ ਤੇ ਖੁਸ਼ ਆ ਕਿ ਤੈਨੂੰ ਪਤਾ ਆ ਤੇ ਤੂੰ ਕਿੰਨਾ ਚੱਲਦਾ ਆ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ। ਹਾਂਜੀ ਅੱਗੇ ਪੜੋ। ਉਹ ਕਲੰਕ ਅਤੇ ਦਾਗ ਹਨ ਅਤੇ ਭਾਵੇਂ ਤੁਹਾਡੇ ਨਾਲ ਖਾਂਦੇ ਪੀਂਦੇ ਹਨ, ਪਰ ਆਪਣਿਆਂ ਪ੍ਰੇਮ ਭੋਜਨਾਂ ਵਿੱਚ ਭੋਗ ਵਿਲਾਸ ਕਰਦੇ ਹਨ। ਹਾਲੇਲੂਇਆ। ਕਹਿੰਦਾ ਦਿਨੇ ਉਹ ਭੋਗ ਵਿਲਾਸ ਵਿੱਚ ਖੁਸ਼ ਹੁੰਦੇ ਹਨ। ਉਹ ਕਲੰਕ ਅਤੇ ਦਾਗ ਹਨ। ਜਿਹੜਾ ਜਿਸਮ ਨੂੰ ਖੁਸ਼ ਕਰਦਾ ਆ ਉਹ ਇੱਕ ਦਾਗ ਆ, ਉਹ ਇੱਕ ਕਲੰਕ ਆ, ਉਹ ਖੁਦਾਵੰਦ ਦੇ ਨਾਮ ਨੂੰ ਬਦਨਾਮ ਕਰਦਾ ਪਿਆ ਆ। ਉਹਦੀ ਕੋਈ ਤਿਆਰੀ ਨਹੀਂ ਹੈਗੀ, ਉਹਨੇ ਰਿਜੈਕਟ ਹੋ ਜਾਣਾ ਆ, ਉਹਨੇ ਪਾਸ ਨਹੀਂ ਜੇ ਹੋਣਾ। ਫਿਰ ਕੀ ਕਹਿੰਦਾ? ਭਾਵੇਂ ਤੁਹਾਡੇ ਨਾਲ ਖਾਂਦੇ ਪੀਂਦੇ ਹਨ। ਜਾਣੀ ਕਿ ਉਹ ਸਾਡੇ ਨਾਲ ਹੀ ਕਲੀਸਿਆ ਦੇ ਵਿੱਚ ਸ਼ਾਮਲ ਵੀ ਹੁੰਦੇ ਆ। ਉਹ ਤਾਲੀ ਵੀ ਬੜੀ ਵਧੀਆ ਮਾਰਦੇ ਆ, ਉਹ ਹਾਲੇਲੂਇਆ ਵੀ ਬਹੁਤ ਵਧੀਆ ਕਰਦੇ ਆ, ਉਹ ਰੋਜ਼ੇ ਵੀ ਰੱਖਦੇ ਹੋਣਗੇ, ਉਹ ਦੁਆਵਾਂ ਵੀ ਕਰਦੇ ਹੋਣਗੇ, ਪਰ ਉਹ ਕੀ ਹੈ? ਦਾਗ ਆ ਤੇ ਕਲੰਕ ਨੇ। ਕਿਉਂਕਿ ਬਾਅਦ ਵਿੱਚ ਜਾ ਕੇ ਆਪਣੇ ਜਿਸਮ ਦੇ ਨਾਲ ਪਤਾ ਨਹੀਂ ਕਿਹੜਾ ਕਿਹੜਾ ਪਾਪ ਕਰਦੇ ਨੇ। ਹਾਲੇਲੂਇਆ। ਵਾਈਫ ਇੰਡੀਆ ਦੇ ਵਿੱਚ ਬੈਠੀ ਆ,
ਔਰ ਆਪ ਇੱਥੇ ਪਤਾ ਨਹੀਂ ਲੱਗ ਦਿੰਦੇ ਕਿਸੇ ਨੂੰ, ਪਰ ਕਿਸੇ ਹੋਰ ਔਰਤ ਦੇ ਨਾਲ ਸੌਂਦੇ ਨੇ। ਹਾਲੇਲੂਇਆ। ਪਰ ਕੋਈ ਗੱਲ ਨਹੀਂ, ਫਿਕਰ ਨਾ ਕਰੋ। ਜਿੰਦਾ ਪਰਮੇਸ਼ਵਰ ਦੀ ਲਾਠੀ ਦੀ ਆਵਾਜ਼ ਨਹੀਂ ਹੈਗੀ, ਪਰ ਲੱਗਦੀ ਬੜੀ ਜ਼ੋਰ ਦੀ ਨਾਲ ਆ। ਹਾਲੇਲੂਇਆ। ਉਹਦੀ ਆਵਾਜ਼ ਨਹੀਂ ਜੇ ਆਉਂਦੀ, ਉਹਦੇ ਆਉਣ ਦਾ ਪਤਾ ਨਹੀਂ ਜੇ ਲੱਗਦਾ, ਪਰ ਜਦੋਂ ਉਹਦੀ ਸਜ਼ਾ ਆਉਣੀ ਹੈ, ਉੱਥੇ ਦੰਦਾਂ ਦਾ ਪੀਸਣਾ ਆ, ਉੱਥੇ ਚੀਖ ਚਹਾੜਾ ਆ, ਉੱਥੇ ਕਿਸੇ ਨੇ ਪਾਣੀ ਨਹੀਂ ਜੇ ਦੇਣਾ। ਹਾਲੇਲੂਇਆ। ਪਰਮੇਸ਼ਵਰ ਕੀ ਕਹਿ ਰਿਹਾ ਆ? ਦਿਨੇ ਉਹ ਭੋਗ ਵਿਲਾਸ ਵਿੱਚ ਖੁਸ਼ ਹੁੰਦੇ ਹਨ, ਉਹ ਕਲੰਕ ਅਤੇ ਦਾਗ ਹਨ। ਭਾਵੇਂ ਤੁਹਾਡੇ ਨਾਲ ਖਾਂਦੇ ਪੀਂਦੇ ਹਨ, ਤੁਹਾਡੇ ਨਾਲ ਦੁਆਵਾਂ ਵੀ ਕਰਨਗੇ, ਤੁਹਾਡੇ ਨਾਲ ਖੁਦਾ ਦਾ ਕਲਾਮ ਵੀ ਸੁਣਾਉਣਗੇ, ਇਵੈਂਜਲਾਈਜ਼ ਵੀ ਕਰਨਗੇ, ਪਰ ਗੁਪਤ ਦੇ ਵਿੱਚ ਪਾਪ ਦੇ ਵਿੱਚ ਵੀ ਪਏ ਹੋਏ ਨੇ। ਮੈਨੂੰ ਨਹੀਂ ਪਤਾ ਕਿਹੜਾ ਭਰਾ ਅੱਜ ਜਾਂ ਕਿਹੜੀ ਭੈਣ ਆ। ਇਹ ਪਰਮੇਸ਼ਵਰ ਤੁਹਾਨੂੰ ਅੱਜ ਆਜ਼ਾਦ ਕਰਨਾ ਚਾਹੁੰਦਾ ਆ। ਤੁਹਾਡੇ ਜਿਸਮ ਨੂੰ ਮੇਰਾ ਪਰਮੇਸ਼ਵਰ ਇੱਕ ਜ਼ਿੰਦਾ ਹੈਕਲ ਬਣਨਾ ਚਾਹੁੰਦਾ ਆ। ਤੁਸੀਂ ਇਹ ਨਾ ਸੋਚੋ ਕਿ ਖੁਦਾ ਨੂੰ ਨਹੀਂ ਜੇ ਪਤਾ ਲੱਗਦਾ ਕਿ ਤੁਸੀਂ ਫੋਨ ਦੇ ਉੱਤੇ ਕੀ ਵੇਖਦੇ ਪਏ ਜੇ। ਤੁਸੀਂ ਇਹ ਨਾ ਸੋਚੋ ਕਿ ਮੈਂ ਭਰਾ ਤੋਂ ਲੁਕਾ ਲੂੰਗਾ, ਭੈਣ ਤੋਂ ਲੁਕਾ ਲਾਂਗਾ, ਮਾਂ ਬਾਪ ਤੋਂ ਲੁਕਾ ਲਾਂਗਾ, ਪਰ ਜ਼ਿੰਦਾ ਖੁਦਾ ਤੋਂ ਅਸੀਂ ਨਹੀਂ ਜੇ ਛੁਪਾ ਸਕਦੇ। ਜ਼ਿੰਦਾ ਖੁਦਾ ਇੱਥੇ ਤਖਤ ਉਹਦਾ ਲੱਗਾ ਹੋਇਆ ਆ, ਉਹਦਾ CCTV ਸਾਡੇ ਉੱਤੇ ਲੱਗਾ ਰਹਿੰਦਾ ਆ। ਮੇਰਾ ਪਰਮੇਸ਼ਵਰ ਜਿੰਦਾ ਆ, ਉਹ ਸੁੱਤਾ ਨਹੀਂ ਹੈ, ਉਹਦੀ ਕਬਰ ਖਾਲੀ ਨਹੀਂ ਹੈ। ਉਹਦੀ ਕਬਰ ਖਾਲੀ ਹੈ, ਉਹ ਕਬਰ ਦੇ ਵਿੱਚ ਨਹੀਂ ਪਿਆ। ਪਰਮੇਸ਼ਵਰ ਜਿਹੜਾ ਆ ਉਹ ਚਾਹੁੰਦਾ ਆ ਕਿ ਜਿੱਦਾਂ ਮੈਂ ਜਿਉਂਦਾ ਆ, ਤੁਸੀਂ ਤੇ ਅਸੀਂ ਵੀ ਜਿਉਂਦੇ ਰਹੀਏ। ਹਾਲੇਲੂਇਆ। ਜਿੱਦਾਂ ਪਰਮੇਸ਼ਵਰ ਪਵਿੱਤਰ ਆ, ਮੈਂ ਵੀ ਪਵਿੱਤਰ ਬਣਨਾ ਆ। ਮੇਰੀ ਬੋਲੀ ਪਵਿੱਤਰ ਹੋਏਗੀ, ਮੇਰਾ ਦੇਖਣਾ, ਮੇਰਾ ਸੁਣਨਾ ਪਵਿੱਤਰ ਹੋਏਗਾ। ਮੈਂ ਦੇਖਦਾ ਕੀ ਪਿਆ ਆ? ਅਸੀਂ ਕੱਲਾ ਮੂੰਹ ਦੇ ਨਾਲ ਨਹੀਂ ਖਾਂਦੇ, ਅੱਖਾਂ ਦੇ ਨਾਲ ਵੀ ਖਾਂਦੇ ਜੇ, ਅਸੀਂ ਕੰਨਾਂ ਦੇ ਨਾਲ ਵੀ ਖਾਂਦੇ ਆ, ਅਸੀਂ ਸੋਚਾਂ ਦੇ ਨਾਲ ਵੀ ਖਾਂਦੇ ਆ। ਹਾਲੇਲੂਇਆ। ਤੁਸੀਂ ਦੇਖੋ ਤਾਂ ਸਾਡੇ ਜਿਸਮ ਜਾਨ ਦੇ ਅੰਦਰ ਕੀ ਜਾ ਰਿਹਾ ਆ, ਕਿਹੜੀ ਖੁਰਾਕ ਲੈਣ ਦੇ ਜੇ, ਕੀ ਵੇਖਦੇ ਪਏ ਜੇ, ਕੀ ਪੜ੍ਹਦੇ ਪਏ ਜੇ, ਕੀ ਸੁਣਦੇ ਪਏ ਜੇ, ਕੀ ਬੋਲਦੇ ਪਏ ਜੇ, ਕੀ ਸੋਚਦੇ ਪਏ ਜੇ। ਆਪਣੀ ਤਿਆਰੀ ਮੁਕੰਮਲ ਕਰੋ। ਮੇਰੇ ਪਰਮੇਸ਼ਵਰ ਹਰ ਉਹ ਅੰਗ, ਮੇਰੇ ਪਰਮੇਸ਼ਰ ਹਰ ਉਹ ਅੰਗ ਜਿਹੜਾ ਤੇਰੇ ਵਚਨ ਦੇ ਵਿਰੁੱਧ ਹੈ, ਜਿਹੜਾ ਤੇਰੇ ਵਚਨ ਦੇ ਅੱਜ ਯਿਸੂ ਮਸੀਹ ਦੇ ਲਹੂ ਦੇ ਨਾਲ, ਯਿਸੂ ਮਸੀਹ ਦੇ ਲਹੂ ਦੇ ਨਾਲ ਪਾਕ ਤੇ ਸਾਫ਼ ਹੋ ਜਾਏ, ਪਾਕ ਤੇ ਸਾਫ਼ ਹੋ ਜਾਏ, ਆਜ਼ਾਦ ਹੋ ਜਾਏ, ਆਜ਼ਾਦ ਹੋ ਜਾਏ। ਯਿਸੂ ਮਸੀਹ ਦੇ ਨਾਮ ਦੇ ਵਿੱਚ ਯਿਸੂ ਮਸੀਹ ਹਰ ਅੰਗ ਚੰਗਿਆਈ ਪਾਏ, ਚੰਗਿਆਈ ਪਾਏ, ਰਿਹਾਈ ਪਾਏ, ਰਿਹਾਈ ਪਾਏ, ਸ਼ਿਫਾ ਪਾਏ, ਸ਼ਿਫਾ ਪਾਏ, ਆਜ਼ਾਦੀ ਪਾਏ। ਆਜ਼ਾਦੀ ਪਾਏ। ਯਿਸੂ ਮਸੀਹ ਦੇ ਨਾਮ ਦੇ ਵਿੱਚ ਯਿਸੂ ਮਸੀਹ ਹਰ ਨਪਾਕੀ, ਹਰ ਨਪਾਕੀ, ਹਰ ਅਪਵਿੱਤਰਤਾਈ, ਹਰ ਅਪਵਿੱਤਰਤਾਈ, ਹਰ ਤਰ੍ਹਾਂ ਦੀ ਅਨਾਗਿਆਕਾਰੀ ਹਰ ਤਰ੍ਹਾਂ ਦੀ ਅਨਾਗਿਆਕਾਰੀ ਸਾਡੇ ਅੰਗਾਂ ਨੂੰ ਸਾਡੇ ਅੰਗਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਯਿਸੂ ਮਸੀਹ ਦੇ ਨਾਮ ਛੱਡ ਕੇ ਜਾਏ, ਛੱਡ ਕੇ ਜਾਵੇ। ਆਮੀਨ, 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 ਆਮੀਨ। ਆਮੀਨ। ਮੈਂ ਆਜ਼ਾਦ ਹਾਂ, ਮੈਂ ਆਜ਼ਾਦ, ਮੇਰਾ कराना आजाद मेरा है, कराना आजाद, मेरा जिस्म आजाद है, मेरा जिस्म मेरा आजाद, जहन आजाद है, मेरा जहन मेरिया आजाद, अखां आजाद ने, मेरिया अखां आजाद, हर अनाज्ञाकारी दी गंदी आत्मा हर अनाज्ञाकारी दी मेरे गंदी खानदान नु, मेरे खानदान, मेरे घराने नु, मेरे घराने नु छड्ड के जाए, छड्ड के जावे। आमीन, 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 हालेलुया। हालेलुया। मेरा परमेश्वर साडी तैयारी मुकम्मल करेगा। आमीन। मेरा खुदा दा पाक रूह साडी अगुवाई करेगा, और मेरा विश्वास है ਜਿਹੜੀ ਵੀ ਮਾੜੀ ਮੋਟੀ ਕਮੀ ਰਹਿ ਗਈ ਹੈ ਅੱਜ ਵਚਨ ਦੇ ਨਾਲ ਅੱਜ ਉਹ ਖਤਮ ਹੋਏਗੀ, ਔਰ ਅਸੀਂ ਮੁਕੰਮਲ ਕੀਤੇ ਜਾਵਾਂਗੇ। ਸੰਪੂਰਨ ਕਰਦਾ ਮੇਰਾ ਪਰਮੇਸ਼ਵਰ, ਉਹਨੇ ਸਭ ਕੁਝ ਪੂਰਾ ਕੀਤਾ ਸੀਗਾ ਆਖਰੀ ਸਾਹ ਤੱਕ। ਅਸੀਂ ਵੀ ਆਖਰੀ ਸਾਹ ਤੱਕ ਜ਼ਿੰਦਾ ਖੁਦਾ ਦੇ ਜ਼ਿੰਦਾ ਕਲਾਮ ਦੇ ਉੱਤੇ ਚੱਲਾਂਗੇ। ਆਮੀਨ। ਖੁਦਾ ਪਾਕ ਦੇ ਕਲਾਮ ਪੜ੍ਹਨ ਤੇ ਸੁਣਨ ਤੇ ਸਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਮਿਲੇ। ਆਮੀਨ। ਜੇ ਕਿਸੇ ਦੀ ਪ੍ਰੇ ਰਿਕੁਐਸਟ ਹੈਗੀ ਹੈ ਤੇ ਭੇਜ ਸਕਦੇ ਨੇ, ਅਸੀਂ ਉਹਨਾਂ ਦੇ ਨਾਲ ਦੁਆ ਦੇ ਵਿੱਚ ਖੜਾਂਗੇ, ਔਰ ਮੇਰਾ ਵਿਸ਼ਵਾਸ ਹੈ ਕਿ ਜ਼ਿੰਦਾ ਖੁਦਾ ਤੁਹਾਡੀ ਤਿਆਰੀ ਨੂੰ ਮੁਕੰਮਲ ਕਰੇਗਾ। ਪਰਮ ਪ੍ਰਧਾਨ ਪਰਮੇਸ਼ਵਰ ਤੇਰਾ ਸ਼ੁਕਰ ਕਰਦੇ ਅੱਜ ਦੇ ਵਚਨ ਦੇ ਲਈ ਖੁਦਾਵੰਦ, ਅੱਜ ਦੇ ਵਚਨ ਦੇ ਅਨੁਸਾਰ ਖੁਦਾਵੰਦ ਹਰ ਤਰ੍ਹਾਂ ਦਾ ਜਿਸਮਾਨੀ ਰੂਹਾਨੀ ਆਲਸਪਨ ਇਹਨਾਂ ਸੁਣਨ ਵਾਲਿਆਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਖਤਮ ਕਰ ਖੁਦਾਵੰਦ। ਹਰ ਉਹ ਪੱਥਰ ਜਿਹੜਾ ਸ਼ੈਤਾਨ ਨੇ ਸੁੱਟਿਆ ਹੈ ਖੁਦਾ ਪਾਕ ਦੀ ਅੱਗ ਨਾਲ ਅੱਜ ਉਹ ਤੋੜ ਇਹਨਾਂ ਦੀ ਮੇਰੇ ਪਰਮੇਸ਼ਵਰ ਜ਼ਿੰਦਗੀਆਂ ਦੇ ਵਿੱਚ ਤੂੰ ਬਹੁਤਾਇਤ ਵਿੱਚ ਕੰਮ ਕਰ ਖੁਦਾਵੰਦ। ਮੇਰੇ ਪਰਮੇਸ਼ਵਰ ਹਰ ਉਹ ਸੁਪਨਾ ਜਿਹੜਾ ਤੇਰੇ ਵੱਲੋਂ ਨਹੀਂ ਹੈ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਖਤਮ ਕਰ ਖੁਦਾਮ। ਹਰ ਸ਼ੈਤਾਨ ਦਾ ਬੋਝ ਇਹਨਾਂ ਜ਼ਿੰਦਗੀਆਂ ਦੇ ਉੱਤੋਂ ਖਤਮ ਹੋ। ਹਰ ਬਿਮਾਰੀ, ਹਰ ਖੂਨ ਪੀਣ ਵਾਲੀਆਂ ਗੰਦੀਆਂ ਸਪਿਰਿਟਸ ਇਹਨਾਂ ਸੁਣਨ ਵਾਲੀਆਂ ਜ਼ਿੰਦਗੀਆਂ ਦੇ ਵਿੱਚੋਂ ਖਤਮ ਹੋ ਜਾਣ। ਮੈਂ ਤੇਰਾ ਸ਼ੁਕਰ ਕਰਦਾ ਖੁਦਾਮ
मेरे परमेश्वर हर बवासीर दी गंदी बीमारी इन्हां सुनने वाले दी जिंदगियां दे विचों खत्म होवे खुदा। आमीन। हर तरह दी पैणां दा जो प्रभु जी रोग है खून दा ओ यीशु मसीह दे नां दे विच उस रोग नूं मैं कैंसल करदा हां। आमीन। मैं तेरा धन्नवाद करदा खुदा। मेरे परमेश्वर व्यभिचार वालियां गंदियां स्पिरिट्स जो सुनने वाले दी जिंदगियां दे विचों खत्म हो जाण। मैं तेरा शुक्र करदा खुदा, इन्हां दी तैयारी नूं मुकम्मल कर खुदा। ये अपनी शिफा नूं पाउण, अपनी आज़ादी नूं पाउण खुदा, और मेरे परमेश्वर दा नाम उच्चियां करन। मैं तेरा धन्नवाद करदा खुदा, अपनी गहराई दे विच इन्हां नूं लैके चल खुदा। ये तेरे वचन नूं खा सकन, तेरे वचन नूं पी सकन, तेरे वचन नूं पचा सकन, और मेरे परमेश्वर तेरे वचन उत्ते चल सकन खुदा। ओ बुद्ध दे ਜਿਹੜੀ ਉੱਪਰੋਂ है, ਜਿਹੜੀ तेरे ਵੱਲੋਂ है, ਜਿਹੜੀ ਮਿਲਨਸਾਰ है, ਜਿਹੜੀ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੀ। ਮੇਰੇ ਖੁਦਾ ਮੈਂ ਤੇਰਾ ਧੰਨਵਾਦ ਕਰਦਾ ਹਾਂ। ਤੂੰ ਆਪਣੇ ਜਲਾਲ ਦੇ ਲਈ ਇਸੇ ਤਰ੍ਹਾਂ ਮੈਨੂੰ ਔਰ ਆਪਣੀ ਦਾਸੀ ਨੂੰ ਇਸਤੇਮਾਲ ਕਰਦਾ ਰਹਿ। मेरे खुदाम अपने पेत जाहिर कर, और जो खुदाम तू सानू हुक्म देता है उस हुक्म के अनुसार खुदाम जो असी प्रभु जी पंजाबी दे विच बाइबल स्टडी शुरू करनी चाहुंदे हां, उहदे विच तेरी मर्जी हो और तेरे अनुसार चलिए। खुदा पाक रू तुसी कब्जा करना और जिंदा खुदा दे कलाम नू दूजियां नाल वंडन दे विच साडी मदद करनी है। तुसी भी साडे सारिਆਂ ने साडे लई प्रेयर करनी है। असी सारियां दुआवां नू यीशु मसीह दे नाम दे विच मंगदे और पा लेंगे हां, आमीन। परम पिता परमेश्वर का प्रेम, पुत्र आत्मा की संगत और खुदाम प्रभु यीशु मसीह की कृपा हुण तो लैके हमेशा हमेशा तक साडे सबना सुनने वाले दे उत्ते बनी रहे, आमीन। सारिਆਂ ਨੂੰ जय मसीह। दाता ਨੂੰ आशीष ते बरकत दें। जे तुसी बरकत पाई है तो इस वचन ਨੂੰ जरूर शेयर करना ताकि खुदावन होर जिंदगियां ਨੂੰ भी बचा सके। सारिਆਂ ਨੂੰ जय मसीह।